ਟੈਕਸ ਦਾ ਸਮਾਂ ਆ ਗਿਆ ਤੇ ਬਚਤਾਂ ਵੀ ਸਾਨੂੰ ਕਰਨੀਆਂ ਪੈਣਗੀਆਂ ਜੇ ਟੈਕਸ ਬਚਾਉਣਾ ਤਾਂ। ਟੈਕਸ ਦੀਆਂ ਰੇਟਸ ਬਹੁਤ ਹਾਈ ਨੇ ਜਾਂ ਅਸੀਂ ਫੀਲ ਕਰਦੇ ਹਾਂ ਕਿ ਭਈ ਬਚਦਾ ਹੀ ਕੁਝ ਨਹੀਂ ਹੈਗਾ, ਟੈਕਸ ਪੇ ਕਰਨ ਤੋਂ ਬਾਅਦ ਕੁਝ ਆਉਂਦਾ ਹੀ ਨਹੀਂ ਹੈਗਾ। ਤੇ ਇਹ ਜੋ ਦੋ ਚੀਜ਼ਾਂ ਹੈਗੀਆਂ ਇਹਦੇ ਨਾਲ ਅਸੀਂ ਥੋੜੀ ਜਿਹੀ ਬ੍ਰੇਕ ਲੈ ਸਕਦੇ ਹੈਗੇ। ਕੈਨੇਡਾ 'ਚ ਕਿੰਨੀ ਜ਼ਰੂਰਤ ਹੈ ਕਿ ਹਾਂਜੀ ਪਰ ਰਿਟਾਇਰਮੈਂਟ ਵਾਸਤੇ ਸਾਡੇ ਕੋਲ ਇਨਫ ਪੈਸੇ ਹੈਗੇ ਨੇ। ਮਤਲਬ ਬੜੀਆਂ ਗੱਲਾਂ ਹੁੰਦੀਆਂ, ਕਹਿੰਦੇ ਜੀ 60 ਸਾਲ ਦੇ ਉੱਤੇ ਅਗਰ ਮੇਰੇ ਕੋਲ $5 ਲੱਖ ਹੈਗਾ ਵੈ ਮੈਂ ਰਿਟਾਇਰ ਹੋ ਸਕਦਾ ਮੈਂ ਕੈਨੇਡਾ ਵਿੱਚ ਕਿ ਨਹੀਂ ਹੋ ਸਕਦਾ। ਕਈ ਲੋਕ ਇਹਦੇ ਬਾਰੇ ਨੈਗੇਟਿਵ ਵੀ ਬੋਲਦੇ ਨੇ, ਪੋਜ਼ਿਟਿਵ ਵੀ ਬੋਲਦੇ ਨੇ। RRSP ਹੈ ਕੀ? ਜਿਹੜੇ TFSA ਵਿੱਚ ਪੈਸੇ ਹੋਣਗੇ ਉਹਦੇ ਤੋਂ ਜਿਹੜੀ ਇਨਕਮ ਹੋਏਗੀ ਉਹਦੇ ਤੇ ਟੈਕਸ ਨਹੀਂ ਲੱਗਣਾ, ਕੋਈ ਟੈਕਸ ਨਹੀਂ ਪੇ ਕਰਨਾ ਹੈ। ਪਰ ਜਿਹੜਾ ਉਹ ਰਕਮ ਅਸੀਂ ਜਮ੍ਹਾਂ ਕਰਵਾ ਰਹੇ ਹਾਂ ਉਹ ਟੈਕਸੇਬਲ ਆ। ਮੇਰੀ $1000 ਤਨਖਾਹ ਆ, ਬਿਲਕੁਲ ਠੀਕ ਹੈ, ਮੈਂ $100 ਪਾ ਦਿੱਤਾ RRSP ਦੇ ਵਿੱਚ। ਠੀਕ ਹੈ ਕੀ ਉਹ ਜਿਹੜਾ $100 ਮੈਂ ਪਾਇਆ, ਜਿਹੜਾ ਮੇਰਾ $1000 ਸੀ ਤਨਖਾਹ ਦਾ, ਉਹਦੇ ਵਿੱਚੋਂ ਮੈਂ 100 ਕੱਢਿਆ, ਹੁਣ ਮੈਨੂੰ ਟੈਕਸ 900 ਤੇ ਪਿਆ ਕਿ 1000 ਤੇ ਪਿਆ? ਜੀ ਅੱਜ ਅਸੀਂ ਰਿਕੁਐਸਟ ਕੀਤੀ ਹੈ ਸੁਰੇਸ਼ ਮਦਾਨ ਜੀ ਨੂੰ, CPA CDA ਨੇ। ਤੁਸੀਂ ਜਿਉਂ ਹੀ ਕੋਵਿਡ ਸ਼ੁਰੂ ਹੋਇਆ ਅਸੀਂ ਇਹਨਾਂ ਨੂੰ ਬੇਨਤੀਆਂ ਕਰਦੇ ਰਹੇ ਹਾਂ, ਤੁਸੀਂ ਇਹਨਾਂ ਦੀ ਗੱਲਬਾਤ ਸੁਣਦੇ ਰਹੇ ਹੋ। ਸਾਨੂੰ ਫਾਈਨੈਂਸ਼ੀਅਲ ਮੈਟਰਸ ਦੇ ਉੱਤੇ ਇਹਨਾਂ ਦੀ ਗਾਈਡੈਂਸ ਮਿਲਦੀ ਰਹੀ ਹੈ, ਉਸੇ ਦੇ ਹਿਸਾਬ ਨਾਲ ਅਸੀਂ ਅੱਜ ਬੇਨਤੀ ਕੀਤੀ ਹੈ ਕਿ ਹੁਣ ਟੈਕਸ ਫਾਈਲ ਕਰਨ ਦਾ ਸੀਜ਼ਨ ਆ ਗਿਆ ਹੈ ਤੇ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ RRSP ਬਚਤਾਂ ਟੈਕਸ ਤੋਂ ਬਚਾਉਣ ਵਾਸਤੇ ਕਿ TFSA ਲਈਏ। ਸੋ ਇਹਨਾਂ ਸਾਰਿਆਂ ਇਸ਼ੂਜ਼ ਨੂੰ ਲੈ ਕੇ ਅੱਜ ਦੀ ਗੱਲਬਾਤ ਉਹਨਾਂ ਨਾਲ ਕਰਾਂਗੇ। ਸੁਰੇਸ਼ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ ਸਰ। ਗੁੱਡ ਮਾਰਨਿੰਗ ਰਿਸ਼ੀ ਜੀ, ਥੈਂਕ ਯੂ, ਸਾਨੂੰ ਸਮਾਂ ਦਿੱਤਾ ਤੁਸੀਂ, ਥੈਂਕ ਯੂ ਵੈਰੀ ਮਚ ਸਰ। ਸੋ ਹੁਣ ਟੈਕਸ ਦਾ ਸਮਾਂ ਆ ਗਿਆ ਤੇ ਬਚਤਾਂ ਵੀ ਸਾਨੂੰ ਕਰਨੀਆਂ ਪੈਣਗੀਆਂ ਜੇ ਟੈਕਸ ਬਚਾਉਣਾ ਤਾਂ। ਤੇ ਕੀ ਕਰਨਾ ਚਾਹੀਦਾ, ਕੀ ਹੁਣ ਅਸੀਂ ਕਰੀਏ, ਕੀ ਲਈਏ? ਪੈਸਾ ਤਾਂ ਹੈ ਹੀ ਕੋਈ ਨਹੀਂ। ਦੈਟਸ ਡੈਫੀਨੇਟਲੀ ਜੀ। ਅੱਜ ਲੋਹੜੀ ਦਾ ਦਿਹਾੜਾ ਹੈ ਤਾਂ ਬੰਦਾ ਕਹਿੰਦਾ ਕਿ ਸਰਕਾਰ ਮੈਨੂੰ ਲੋਹੜੀ ਕਿਹੜੀ ਦੇਵੇਗੀ ਇਸ ਸੇਵਿੰਗਸ ਦੇ ਵਾਸਤੇ ਨਾ, ਸਹੀ ਹੈ ਨਾ ਹੋਵੇ ਤਾਂ। ਸੋ ਅਸੀਂ ਜਿਹੜੇ ਮੇਨ ਦੋ ਟੌਪਿਕ ਤੇ ਆਪਾਂ ਗੱਲ ਕਰਦੇ ਹਾਂ, ਦੈਟ ਇਜ਼ RRSP ਤੇ TFSA। ਜਿਹੜੇ ਕੈਨੇਡੀਅਨ ਟੈਕਸ ਸਿਸਟਮ ਦੇ ਵਿੱਚ ਨਾ ਆਪਣੇ ਕੋਲ ਦੋ ਹੀ ਮੈਕੈਨਿਜ਼ਮ ਹੈਗੇ ਨੇ ਜਿਹਦੇ ਨਾਲ ਆਪਾਂ ਥੋੜੀ ਜਿਹੀ ਸੇਵਿੰਗਸ ਦੇ ਵੱਲ ਧਿਆਨ ਦੇ ਸਕਦੇ ਹੈਗੇ। ਦਿਸ ਆਰ ਮਾਈਨਰ ਅਦਰ ਵਨਸ ਟੂ, ਲੇਕਿਨ ਜਿਹੜੇ ਮੇਨ ਟੈਕਸ ਦੇ ਵੱਲੋਂ ਜਿਹੜੇ ਅਟਰੈਕਟ ਕਰਦੇ ਨੇ, RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਤੇ TFSA ਟੈਕਸ ਫ੍ਰੀ ਸੇਵਿੰਗਸ ਅਕਾਊਂਟ ਇੰਡੀਆ। ਸੋ ਇਹ ਜਿਹੜੇ ਦੋ ਮੈਕੈਨਿਜ਼ਮ ਨੇ ਸਪੈਸ਼ਲੀ ਫॉर ਟੈਕਸਿਸ ਪੁਆਇੰਟ ਆਫ ਵਿਊ ਕਿ ਹਾਂਜੀ ਜੋ ਇੰਨਾ ਅਸੀਂ ਟੈਕਸ ਦੀਆਂ ਰੇਟਸ ਬਹੁਤ ਹਾਈ ਨੇ ਜਾਂ ਅਸੀਂ ਫੀਲ ਕਰਦੇ ਹਾਂ ਕਿ ਭਈ ਬਚਦਾ ਹੀ ਕੁਝ ਨਹੀਂ ਹੈਗਾ, ਟੈਕਸ ਪੇ ਕਰਨ ਤੋਂ ਬਾਅਦ ਕੁਝ ਆਉਂਦਾ ਹੀ ਨਹੀਂ ਹੈਗਾ। ਤੇ ਇਹ ਜੋ ਦੋ ਚੀਜ਼ਾਂ ਹੈਗੀਆਂ ਇਹਦੇ ਨਾਲ ਅਸੀਂ ਥੋੜੀ ਜਿਹੀ ਬ੍ਰੇਕ ਲੈ ਸਕਦੇ ਹੈਗੇ। ਸੋ ਉਹਦੇ ਬਾਰੇ ਅਸੀਂ ਥੋੜੀ ਜਿਹੀ ਗੱਲ ਕਰ ਸਕਦੇ ਹਾਂ ਅੱਜ ਕਿ ਹਾਂਜੀ ਕੀ ਉਸ ਬਿਲਕੁਲ ਕਰ ਸਕਦੇ ਹਾਂ। ਸੋ ਹੁਣ RRSP ਤੋਂ ਸ਼ੁਰੂ ਕਰਦੇ ਹਾਂ ਕਿ RRSP ਦਾ ਕਈ ਲੋਕ ਇਹਦੇ ਬਾਰੇ ਨੈਗੇਟਿਵ ਵੀ ਬੋਲਦੇ ਨੇ, ਪੋਜ਼ਿਟਿਵ ਵੀ ਬੋਲਦੇ ਨੇ। RRSP ਹੈ ਕੀ? ਸੋ RRSP ਇੱਕ ਜਿੱਦਾਂ ਨਾਮ ਹੀ ਹੈ ਰਿਟਾਇਰਮੈਂਟ ਸੇਵਿੰਗਸ ਵਾਸਤੇ ਨਾ। ਸੋ ਗਵਰਨਮੈਂਟ ਉਹਨੂੰ ਸਪੋਰਟ ਕਰਨਾ ਚਾਹੁੰਦੀ ਹੈ ਕਿ ਹਾਂਜੀ ਤੁਸੀਂ ਆਪਣੀ ਰਿਟਾਇਰਮੈਂਟ ਵਾਸਤੇ ਕੁਝ ਸੇਵ ਕਰਨਾ ਚਾਹੁੰਦੇ ਹੋ, ਉਹਦੇ ਬਜਾਏ ਮੈਂ ਤੁਹਾਨੂੰ ਥੋੜੀ ਜਿਹੀ ਬ੍ਰੇਕ ਦੇਣਾ ਚਾਹੁੰਦਾ ਹੈਗਾ ਵਾ। ਸੋ ਤੁਸੀਂ ਅਗਰ ਸੋ ਪਹਿਲੀ ਗੱਲ ਜਿਹੜੀ ਹੈਗੀ ਨਾ, ਇੱਕ ਟੈਬੂ ਬਣਿਆ ਹੋਇਆ ਵਾ ਕਿ ਹਾਂਜੀ ਇੱਕ RRSP ਵੱਖਰਾ ਜਿਹਾ ਅਕਾਊਂਟ ਹੈ, ਕੋਈ ਨਵਾਂ ਅਕਾਊਂਟ ਹੈ, ਸੈਪਰੇਟ ਹੈ, ਲੌਕਡ ਅਕਾਊਂਟ ਹੈ। ਇੱਕ ਇਹ ਵੀ ਚੀਜ਼ ਨੂੰ ਬੜਾ ਕੰਸੀਡਰ ਕੀਤਾ ਜਾਂਦਾ ਹੈ ਕਿ ਹਾਂਜੀ ਜੇ ਅਸੀਂ RRSP 'ਚ ਪੈਸੇ ਪਾ ਦਿੱਤੇ ਤਾਂ ਉਹ ਨਿਕਲਣੇ ਨਹੀਂ ਹੈਗੇ ਬਾਹਰ ਨਾ। ਲੇਕਿਨ ਨੋ, ਇਟਸ ਜਸਟ ਲਾਈਕ ਐਨੀ ਅਦਰ ਆਪਣਾ ਜਿੱਦਾਂ ਬਾਕੀ ਆਪਣੇ ਬੈਂਕ ਅਕਾਊਂਟਸ ਨੇ ਉੱਦਾਂ ਹੀ ਬੈਂਕ ਅਕਾਊਂਟ ਹੈ। ਤੁਸੀਂ ਉਹਦੇ ਵਿੱਚ ਆਪਣਾ ਸੇਵਿੰਗਸ ਅਕਾਊਂਟ ਜਿੱਦਾਂ ਆਪਣਾ ਰੈਗੂਲਰ ਬੈਂਕ ਅਕਾਊਂਟ, ਚੈਕਿੰਗ ਅਕਾਊਂਟ ਹੈ, ਤੁਸੀਂ GIC ਕਰ ਸਕਦੇ ਹੋ, ਤੁਸੀਂ ਇਨਵੈਸਟਮੈਂਟਸ ਕਰ ਸਕਦੇ ਹੋ ਉਹਦੇ ਵਿੱਚ, ਜਿੱਦਾਂ ਸਟਾਕਸ, ਮਿਊਚੁਅਲ ਫੰਡਸ, ਉਹ ਵੀ ਇਨਵੈਸਟਮੈਂਟ ਕਰ ਸਕਦੇ ਹੋ। ਲੇਕਿਨ ਉਹਦਾ ਆਈਡੀਆ ਕੀ ਹੈਗਾ ਵਾ ਕਿ ਤੁਸੀਂ ਆਪਣੀ ਰਿਟਾਇਰਮੈਂਟ ਵਾਸਤੇ ਪੈਸੇ ਸੇਵ ਕਰਨੇ ਨੇ। ਅਸੀਂ ਪਿੱਛੇ ਵੀ ਇੱਕ ਸੈਸ਼ਨ ਕੀਤਾ ਸੀਗਾ, ਗੁਰਪ੍ਰੀਤ ਨੇ ਵੀ ਕੀਤਾ ਸੀਗਾ, ਤੁਹਾਡਾ ਵੀ ਕੀਤਾ ਸੀ, ਇੱਕ ਸੈਸ਼ਨ ਕੀਤਾ ਸੀ ਕਿ ਹਮ ਵੀ ਕਿ ਕੈਨੇਡਾ 'ਚ ਕਿੰਨੀ ਜ਼ਰੂਰਤ ਹੈ ਕਿ ਹਾਂਜੀ ਪਰ ਰਿਟਾਇਰਮੈਂਟ ਵਾਸਤੇ ਸਾਡੇ ਕੋਲ ਇਨਫ ਪੈਸੇ ਹੈਗੇ ਨੇ। ਮਤਲਬ ਬੜੀਆਂ ਗੱਲਾਂ ਹੁੰਦੀਆਂ, ਕਹਿੰਦੇ ਜੀ 60 ਸਾਲ ਦੇ ਉੱਤੇ ਅਗਰ ਮੇਰੇ ਕੋਲ $5 ਲੱਖ ਹੈਗਾ ਵੈ ਮੈਂ ਰਿਟਾਇਰ ਹੋ ਸਕਦਾ ਮੈਂ ਕੈਨੇਡਾ ਵਿੱਚ ਕਿ ਨਹੀਂ ਹੋ ਸਕਦਾ, ਜਾਂ ਮੇਰੇ ਕੋਲ $1 ਮਿਲੀਅਨ ਚਾਹੀਦਾ ਹੈ। ਉਹ ਮੈਜਿਕ ਨੰਬਰ ਕਿਸੇ ਨੂੰ ਪਤਾ ਨਹੀਂ ਹੈ। ਸੋ ਇੱਕ ਗਵਰਨਮੈਂਟ ਨੇ ਉਸ ਚੀਜ਼ ਨੂੰ ਸਪੋਰਟ ਕੀਤਾ ਹੈ ਕਿ ਹਾਂਜੀ ਲੈ ਵੀ ਤੁਸੀਂ ਪਾਓ $100 ਤੇ ਮੈਂ ਤੁਹਾਨੂੰ ਲੈਟ ਸੇ $25 ਹੋਰ ਦਿੰਦਾ ਵਾਂ, ਤੁਹਾਡੇ ਰਿਟਾਇਰਮੈਂਟ ਦੇ ਵਿੱਚ $125 ਹੋ ਜਾਣਗੇ। ਓਕੇ ਰਾਈਟ। ਉਹ ਹੁਣ ਤੁਸੀਂ ਅਗਰ ਸੇਵਿੰਗਸ ਡਿਪੈਂਡਿੰਗ ਔਨ ਤੁਸੀਂ ਕਿਹੜੇ ਸਾਲ ਤੋਂ ਸ਼ੁਰੂ ਕਰਦੇ ਹੋ ਜਾਂ ਕਿੰਨੇ ਸਾਲ ਪਾਉਂਦੇ ਹੋ, ਤੁਹਾਡੀ ਰਿਟਾਇਰਮੈਂਟ ਦੇ ਉੱਤੇ ਐਕਸਟਰਾ ਮਨੀ ਅਵੇਲੇਬਲ ਹੋਏਗੀ ਕਿ ਹਾਂਜੀ ਤੁਸੀਂ ਪੈਨਸ਼ਨਸ ਤੋਂ ਇਲਾਵਾ ਵੀ ਇੱਕ ਐਕਸਟਰਾ ਸੇਵਿੰਗਸ ਆਪਣੀਆਂ ਪ੍ਰੋਕਿਓਰ ਕਰ ਸਕਦੇ ਹੋ ਜਿਹਦੇ ਤੁਸੀਂ ਰਹਿ ਸਕਦੇ ਹੋ। ਸੋ ਓਬਜੈਕਟਿਵ ਹੈਗਾ ਵਾ ਰਿਟਾਇਰਮੈਂਟ, ਲੌਂਗ ਟਰਮ ਰਿਟਾਇਰਮੈਂਟ। ਅੱਜ ਪਾਓ ਤੁਸੀਂ ਤੇ ਆਪਣੀ ਰਿਟਾਇਰ ਹੁੰਦੇ ਹੋ 65 ਸਾਲ ਤੱਕ ਤੁਸੀਂ ਉਹ ਸੇਵਿੰਗ ਕਰਦੇ ਰਹੋ। ਬਿਲਕੁਲ ਐਗਜ਼ੈਕਟਲੀ ਜੀ। ਸੋ ਜਿਵੇਂ ਹੁਣ ਤੁਸੀਂ ਦੱਸਿਆ ਜੀ ਕਿ RRSP ਦੇ ਵਿੱਚ ਅਸੀਂ ਪੈਸੇ ਪਾ ਦਿੱਤੇ ਤੇ ਅਸੀਂ ਮੁੜ ਕੇ ਇਹਨੂੰ ਹੱਥ ਨਹੀਂ ਲਾ ਸਕਦੇ, ਇਹ ਵਾਕਈ ਇੱਕ ਇਹ ਮਿਥ ਹੀ ਹੈ? ਇਹ ਇੱਕ ਮਿਥ ਹੈ, ਦੈਟਸ ਰਾਈਟ। ਇਹ
RRSP 'ਚ ਅਗਰ ਤੁਸੀਂ ਪੈਸੇ ਪਾਉਂਦੇ ਹੈਗੇ ਹੋ, ਅਗਰ ਆਈਡੀਅਲੀ ਕਹੀਏ ਉਹਨੂੰ ਤੁਸੀਂ ਬਾਹਰ ਨਹੀਂ ਕਰਨਾ ਚਾਹੀਦਾ, ਬਿਕਾਜ਼ ਉਹ ਰਿਟਾਇਰਮੈਂਟ ਦਾ ਪਰਪਸ ਹੀ ਦਾ ਰਿਟਾਇਰਮੈਂਟ ਹੈਗਾ। ਉਹ ਮਿਥ ਇਹ ਕਿ ਹੈਗਾ ਵੈ ਕਿ ਅਗਰ ਅਸੀਂ ਅੱਜ RRSP ਪੈਨੇ ਆ, ਉਹਦਾ ਟੈਕਸ ਦਾ ਜਿਹੜਾ ਬੈਨੀਫਿਟ ਹੈਗਾ ਵੈ ਡਿਪੈਂਡਿੰਗ ਔਨ ਤੁਹਾਡੀ ਟੈਕਸ ਦੀ ਰੇਟ ਕੀ ਹੈ, ਹਾਈਐਸਟ ਟੈਕਸ ਰੇਟ ਕੀ ਹੈ। ਸੋ ਅਗਰ ਸਪੋਜ਼ ਤੁਸੀਂ 50,000 ਤੋਂ ਘੱਟ ਕਮਾਉਂਦੇ ਹੋ ਸਾਲ ਦੇ ਵਿੱਚ 25% ਰੇਟ ਹੈ। ਅਗਰ 50,000 ਤੋਂ ਲੱਖ ਕਮਾਉਂਦੇ ਹੋ ਰਫਲੀ 30.5% 30.5% ਰੇਟ ਹੈ। ਤੇ ਜੇ ਤੁਸੀਂ ਉੱਪਰ ਕਮਾਉਂਦੇ ਹੋ 32 38 47 ਤੱਕ ਹੀ ਜਾਂਦਾ ਆਪਣਾ, ਜਿਹੜੀ ਹਾਈਐਸਟ ਟੈਕਸ ਰੇਟ ਸਾਡੀ 47% ਹੈ, ਡਿਪੈਂਡਿੰਗ ਔਨ ਤੁਸੀਂ ਕਿੰਨਾ ਕਮਾਉਂਦੇ ਹੈਗੇ ਹੋ ਨਾ। ਸੋ ਜਦੋਂ ਤੁਸੀਂ RRSP 'ਚ ਪੈਸੇ ਪਾਉਂਦੇ ਹੋ, ਤੁਹਾਨੂੰ ਉਨੀ ਹੀ ਜਿਹੜੀ ਹਾਈਐਸਟ ਰੇਟ ਹੈ ਉਹਦੇ ਨਾਲ ਤੁਹਾਨੂੰ ਟੈਕਸ ਬਚਦਾ ਵਾ। ਸੋ ਲੈਟਸ ਸੇ ਕਿਸੇ ਦੇ ਸਪੋਜ਼ $1.5 ਲੱਖ ਕਿਸੇ ਦੀ ਇਨਕਮ ਹੈਗੀ ਹੈ ਸਾਲ ਦੀ, ਤਾਂ ਉਹ ਲੈਟਸ ਸੇ 42% ਜਾਂ 38% ਰਫਲੀ ਜਿੰਨਾ ਹੈਗਾ ਵਾ ਐਵਰੇਜ ਕਰਕੇ ਉਹ ਬਚਾਉਂਦਾ ਵਾ। ਜਦੋਂ ਤੁਸੀਂ RRSP 'ਚੋਂ ਪੈਸੇ ਕਢਾਉਂਦੇ ਹੋ, ਤੁਹਾਨੂੰ ਉਹ ਟੈਕਸ ਵਾਪਸ ਮੋੜਨਾ ਪੈਂਦਾ ਵਾ। ਹੁਣ ਮੇਰਾ ਇੱਥੇ ਸਵਾਲ ਇੱਕ ਕਿ ਅੱਜ ਮੈਂ ਪੈਸੇ ਜਮ੍ਹਾਂ ਕਰਾਏ, ਮੈਂ 42% ਦਿੱਤਾ, ਪਰ ਕੱਲ ਨੂੰ ਟੈਕਸ ਘਟ ਗਿਆ, ਜਦੋਂ ਮੈਂ ਪੈਸੇ ਕਢਾਵਾਂਗਾ ਮੈਨੂੰ 42 ਦੇਣਾ ਪਏਗਾ ਕਿ ਘਟਿਆ ਹੋਇਆ ਟੈਕਸ ਦੇਣਾ ਪਵੇਗਾ? ਐਗਜ਼ੈਕਟਲੀ ਇਹੀ ਚੀਜ਼ ਜਿਹੜੀ ਹੈਗੀ ਹੈ, ਇਹ RRSP ਦੀ ਜਿਹੜੀ ਮੇਨ ਚੀਜ਼ ਹੈ ਕਿ ਅੱਜ ਜਦੋਂ ਤੁਸੀਂ ਪਾ ਰਹੇ ਹੋ, ਅਗਰ ਤੁਹਾਡੀ ਟੈਕਸ ਰੇਟ ਹਾਈ ਹੈ, ਅੱਜ ਅਸੀਂ ਜ਼ੋਰ ਸ਼ੋਰ ਨਾਲ ਕੰਮ ਕਰਦੇ ਪਏ ਹਾਂ, ਚੰਗੀ ਕਮਾਈ ਕਰਦੇ ਪਏ ਹਾਂ, ਅਸੀਂ ਮਿਹਨਤ ਕਰਦੇ ਪਏ ਹਾਂ ਬਣਾਉਣ ਵਾਸਤੇ, ਸਾਡੀ ਰੇਟ ਜ਼ਰੂਰ ਹਾਈ ਹੋਣੀ ਹੈ, ਪਰ ਰਿਮੈਂਬਰ ਜੋ ਪਰ ਰਿਟਾਇਰ ਹੋਣਾ ਵੈ, ਅਸੀਂ ਸਡਨਲੀ 10,000 ਮਹੀਨੇ ਤੋਂ ਸਿੱਧਾ ਹੀ 2-3 ਹਜ਼ਾਰ ਤੇ ਆ ਜਾਣਾ। ਠੀਕ ਹੈ ਜੀ, ਸਾਡੀ ਰੇਟ ਘਟ ਜਾਣੀ ਹੈ। ਸੋ RRSP ਜਦੋਂ ਅਸੀਂ ਕਢਾਉਂਦੇ ਆ, ਉਹਦਾ ਜਿਹੜਾ ਟੈਕਸ ਪੇ ਕਰਨਾ ਹੈ, ਉਸ ਟਾਈਮ ਦਾ ਜਿਹੜੀ ਰੇਟ ਹੋਏਗੀ ਅਸੀਂ ਉਹ ਪੇ ਕਰਨਾ ਹੈ। ਓਕੇ, ਰਾਈਟ। ਸੋ ਇੱਕ ਤਰ੍ਹਾਂ ਦਾ ਸਮਝ ਲਓ ਕਿ ਬ੍ਰੇਕ ਹੋ ਗਈ ਨਾ। ਅਗਰ ਅਸੀਂ ਅੱਜ ਮੈਂ 40 ਜਾਂ 42% ਬਚਾਇਆ ਵੈ ਤੇ ਕੱਲ ਨੂੰ ਮੈਂ 25 ਪੇ ਕੀਤਾ ਵੈ ਤੇ ਮੈਨੂੰ 17% ਟੈਕਸ ਬਚ ਗਿਆ ਹੈ ਐਕਚੁਅਲੀ। ਤੋ ਉਹ ਲੇਕਿਨ ਲੌਕਡ ਨਹੀਂ ਹੈ। ਲੌਕਡ ਇਨ ਦਾ ਸੈਂਸ ਕਿ ਹਾਂਜੀ, ਅਗਰ ਤੁਹਾਨੂੰ ਐਮਰਜੈਂਸੀ ਦੇ ਵਿੱਚ ਪੈਸਿਆਂ ਦੀ ਲੋੜ ਪੈ ਜਾਂਦੀ ਹੈ ਕਿ ਹਾਂਜੀ ਮੈਨੂੰ ਕੋਈ ਜ਼ਰੂਰਤ ਹੈ ਜਾਂ ਕੁਛ ਹੈ, ਤੁਸੀਂ ਉਹਨੂੰ ਕਢਾ ਸਕਦੇ ਹੋ। ਯੈਸ, ਉਸ ਟਾਈਮ ਟੈਕਸ ਪੇ ਕਰਨਾ ਪਏਗਾ ਡਿਪੈਂਡਿੰਗ ਔਨ ਤੁਹਾਡੀ ਰੇਟ ਕੀ ਹੈ ਉਸ ਟਾਈਮ ਦੇ ਉੱਤੇ। ਇੱਕ ਬੜਾ ਇੰਟਰਸਟਿੰਗ ਕੁਐਸਚਨ ਆਇਆ ਸਾਡੇ ਕੋਲ, ਉਹ ਕਹਿੰਦੇ ਨੇ ਜੀ ਕਿ ਮੈਂ ਪਹਿਲਾਂ BC 'ਚ ਸੀ, ਉੱਥੇ RRSP 'ਚ ਮੇਰੇ ਪੈਸੇ ਚਲੇ ਗਏ, ਮੈਂ ਹੁਣ ਵੀ ਦੇ ਰਿਹਾ ਉਹ ਪੈਸੇ, ਤੇ 2 ਖਾਤਿਆਂ ਵਿੱਚ ਇੱਥੇ ਮੈਂ ਦੇ ਰਿਹਾ, 2 ਅਕਾਊਂਟਸ ਵਿੱਚ ਇੱਥੇ RRSP ਕਟਾ ਰਿਹਾ। ਸੋ 3 ਖਾਤਿਆਂ 'ਚ ਜਾ ਰਹੀ ਹੈ। ਕੀ ਇਹ ਮੇਰੇ 3 ਡਿਫਰੈਂਟ ਖਾਤਿਆਂ 'ਚ ਜਾ ਰਹੀ ਹੈ ਕਿ ਮੇਰੇ ਇੱਕੋ ਖਾਤੇ 'ਚ ਜਾ ਰਹੀ ਹੈ? ਸੋ ਅਗਰ ਅਸੀਂ ਉਹਨੂੰ ਨਾਮ ਲਈਏ RRSP ਦਾ ਜੀ, ਤਾਂ ਇੱਕ ਖਾਤਾ ਵੈ, ਪਰ RRSP ਦੇ ਵਿੱਚ ਵੀ ਤੁਸੀਂ 3 ਖਾਤੇ ਵੱਖਰੇ ਵੱਖਰੇ ਖੋਲ ਸਕਦੇ ਹੋ। ਮੇਬੀ ਇੱਕ ਅਕਾਊਂਟ ਹੈਗਾ ਜਿਹਦੇ 'ਚ ਮੈਂ GIC ਕਰਾਈ ਹੋਈ ਹੈ। ਅੱਛਾ, ਹਾਂਜੀ, ਫਿਕਸ ਡਿਪੋਜ਼ਿਟ ਹੈਗਾ ਵੈ, ਉਹਦੇ 'ਚ ਮੈਨੂੰ 2% ਇੰਟਰਸਟ ਆਉਂਦਾ। ਇੱਕ ਮੇਰਾ ਖਾਤਾ ਹੈਗਾ ਜਿਹਦੇ ਵਿੱਚ ਮੈਂ ਜੀ ਆਪਣੀ ਇਨਵੈਸਟਮੈਂਟ ਕੀਤੀ ਹੋਈ ਹੈ, ਸਟਾਕਸ ਦੀ ਕੀਤੀ ਹੋਈ ਹੈ, ਮਿਊਚੁਅਲ ਫੰਡ ਕੀਤਾ ਹੈ। ਇੱਕ ਖਾਤਾ ਮੈਂ ਰੱਖਿਆ ਹੋਇਆ ਹੈ ਕਿ ਭਈ ਇਹਨੂੰ ਐਮਰਜੈਂਸੀ ਮਨੀ ਹੈ, ਮੈਂ ਬਾਕੀ ਤੋੜਨੇ ਨਹੀਂ ਹੈ ਪੈਸੇ, ਜਾਂ ਪਤਾ ਨਹੀਂ ਮਾਰਕੀਟ ਉਸ ਟਾਈਮ ਕਿਸ ਤਰ੍ਹਾਂ ਹੋਏਗੀ, ਮੈਨੂੰ ਇਹਨੂੰ ਰਾਈਟ ਵੇ ਬਾਹਰ ਕੱਢ ਸਕਾਂ, ਲਾਈਕ ਅ ਚੈਕਿੰਗ ਅਕਾਊਂਟ। ਜੀ ਜੀ। ਸੋ ਐਟ ਦ ਐਂਡ ਆਫ ਦ ਡੇ ਉਹ ਤਿੰਨੋਂ ਹੀ RRSP ਨੇ। ਓਕੇ, ਉਹ ਕੰਬਾਈਨਡ ਇੱਕੋ ਹੀ ਵਰਡ RRSP ਹੀ ਹੈਗਾ ਵੈ। ਰਾਈਟ ਜੀ। ਸੋ ਹੁਣ ਆਈਏ ਅਸੀਂ ਦੂਜੇ ਪਾਸੇ TFSA ਤੇ, ਇਹ ਕੀ ਚੀਜ਼ ਹੈ? ਸੋ RRSP ਬਣਾਇਆ ਗਿਆ ਰਿਟਾਇਰਮੈਂਟ ਸੇਵਿੰਗਸ ਪਲਾਨ ਦੇ ਉੱਤੇ। ਸੋ ਤੁਸੀਂ ਅਗਰ ਵਰਡ ਪਿਕ ਕਰੋ ਉਹਦੇ ਵਿੱਚੋਂ, ਇਹ ਨਾ ਆਪਣੀ ਗਰੋਥ ਵਾਸਤੇ, ਇਕੱਠਾ ਕਰਨ ਵਾਸਤੇ, ਅੱਗੇ ਵਾਸਤੇ। ਟੈਕਸ ਫ੍ਰੀ ਸੇਵਿੰਗਸ ਪਲਾਨ ਵਰਡ ਸੇਵਿੰਗਸ ਹੀ ਯੂਜ਼ ਕਰ ਰਹੇ ਆ ਇਹਦੇ ਵਿੱਚ, ਲੇਕਿਨ ਜਿਹੜਾ ਆਬਜੈਕਟਿਵ ਹੈ, ਜਦੋਂ ਐਜ਼ ਐਨ ਅਕਾਊਂਟੈਂਟ ਜਾਂ ਐਜ਼ ਅ ਫਾਈਨੈਂਸ਼ੀਅਲ ਪਰਸਨ ਅਸੀਂ ਕਹਿੰਦੇ ਹਾਂ, ਉਹਦਾ ਆਬਜੈਕਟਿਵ ਹੈਗਾ ਵਾ ਇਨਕਮ ਦੇ ਉੱਤੇ। ਉਹਦਾ ਕੀ ਹੈ, ਜਿਹੜਾ ਵਰਡ ਆਪਾਂ ਲਿਖਤਾ ਟੈਕਸ ਫ੍ਰੀ ਜੀ, ਇਹਦਾ ਮਤਲਬ ਕਿ ਜੋ ਅਸੀਂ ਉਹਦੇ ਵਿੱਚ ਪਾਵਾਂਗੇ, ਉਹਦੇ ਤੇ ਜੋ ਇਨਕਮ ਹੋਣੀ ਹੈ ਉਹਦੇ ਤੇ ਕੋਈ ਟੈਕਸ ਨਹੀਂ ਹੈਗਾ। ਜਿਹੜੇ TFSA ਵਿੱਚ ਪੈਸੇ ਹੋਣਗੇ, ਉਹਦੇ ਤੋਂ ਜਿਹੜੀ ਇਨਕਮ ਹੋਏਗੀ ਉਹਦੇ ਤੇ ਟੈਕਸ ਨਹੀਂ ਲੱਗਣਾ, ਕੋਈ ਟੈਕਸ ਨਹੀਂ ਪੇ ਕਰਨਾ ਹੈ। ਪਰ ਜਿਹੜਾ ਉਹ ਰਕਮ ਅਸੀਂ ਜਮ੍ਹਾਂ ਕਰਵਾ ਰਹੇ ਹਾਂ ਉਹ ਟੈਕਸੇਬਲ ਆ। ਉਹ ਟੈਕਸੇਬਲ ਮਤਲਬ ਉਹ ਤੁਹਾਡੀ ਆਪਣੀ ਰਕਮ ਸੀਗੀ, ਉਹਦੀ ਟੈਕਸ ਆਲਰੇਡੀ ਪੇ ਕਰ ਚੁੱਕੇ ਹੋ, ਉਹ ਪੇ ਕਰ ਚੁੱਕੇ। ਸੇਵਿੰਗਸ ਨੇ ਨਾ। ਓਕੇ, ਸੇਮ ਜਿੱਦਾਂ RRSP ਹੈ, ਆਪਾਂ ਜੋ RRSP 'ਚ $10,000 ਪਾ ਰਹੇ ਆ, ਉਹ ਤੁਹਾਡੇ ਆਪਣੇ ਪੈਸੇ ਹੈ, ਤੁਹਾਡੀ ਆਪਣੀਆਂ ਸੇਵਿੰਗਸ ਪੁਰਾਣੀਆਂ ਹੈਗੀਆਂ, ਪਰ ਅਸੀਂ ਉਹਦੇ ਤੇ ਟੈਕਸ ਨਹੀਂ ਦਿੰਦੇ। ਉਹ ਤੁਸੀਂ ਮਤਲਬ ਜਦੋਂ ਤੁਸੀਂ ਉਹਨੂੰ ਕਮਾਇਆ ਵੈ ਜੀ, ਉਹਦੇ ਤੇ ਟੈਕਸ ਪੇ ਕਰ ਚੁੱਕੇ ਆਲਰੇਡੀ। ਓਕੇ, ਰਾਈਟ। ਸੋ ਫਰਕ ਇਹ ਹੈਗਾ ਵੈ ਕਿ RRSP 'ਚ ਪੈਸੇ ਪਾ ਕੇ ਸਾਨੂੰ ਰਿਫੰਡ ਵਾਪਿਸ ਆ ਰਿਹਾ ਵੈ, ਤੁਹਾਨੂੰ ਟੈਕਸ ਵਾਪਿਸ ਆ ਰਿਹਾ ਵੈ। ਠੀਕ ਹੈ। ਜੇ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੈ, ਉਹ ਜਿਹੜੇ ਪੈਸੇ ਪਾ ਰਹੇ ਆ, ਉਸ ਪੈਸੇ ਉੱਤੇ ਕੋਈ ਟੈਕਸ ਨਹੀਂ ਆ ਰਿਹਾ। ਉਹ ਜਿਹੜੀ ਇਨਕਮ ਬਣੇਗੀ ਉਹਦੇ ਉੱਤੇ ਜਿਹੜਾ ਟੈਕਸ ਪੈਣਾ ਵੈ, ਉਹ ਵਾਪਸ ਕੀ ਆਣਾ, ਪਰ ਟੈਕਸ ਪੇ ਹੀ ਨਹੀਂ ਕਰਨਾ। ਓਕੇ, ਠੀਕ। ਸੋ ਇਹਦਾ ਮਤਲਬ ਇਹ ਹੈਗਾ ਵੈ ਕਿ ਅਗਰ ਮੈਂ ਉਹਦੇ ਵਿੱਚ ਹਰ ਸਾਲ ਪੈਸੇ ਪਾ ਰਿਹਾ ਵਾਂ, ਉਹਦੇ ਤੇ ਮੈਨੂੰ ਸਪੋਜ਼ ਕਰੋ 2%, 3%, 10% ਇਨਕਮ ਵੀ ਆ ਰਹੀ ਹੈ, ਉਹ ਫ੍ਰੀ ਐਡ ਹੋਈ ਜਾ ਰਹੀ ਹੈ। ਸੋ ਜਦੋਂ RRSP ਜਦੋਂ ਪੈਸੇ ਕਢਾਏ ਤੁਹਾਨੂੰ ਟੈਕਸ ਪੇ ਕਰਨਾ ਪਿਆ, ਟੈਕਸ ਫ੍ਰੀ ਸੇਵਿੰਗਸ ਵਿੱਚ ਪੈਸੇ ਕਢਾਏ ਕੋਈ ਟੈਕਸ ਨਹੀਂ ਹੈ।
ਇੱਥੇ ਫਿਰ ਮੇਰਾ ਇੱਕ ਸਵਾਲ ਹੈ ਹਾਂਜੀ, ਹਾਂਜੀ, ਜ਼ਰੂਰ। ਥੋੜੀ ਜੀ ਕਨਫਿਊਜ਼ਨ ਹੈ ਮੈਨੂੰ ਆਪ ਨੂੰ ਆ। ਕੋਈ ਗੱਲ ਨਹੀਂ ਜੀ, ਮੈਂ ਮੇਰੀ $1000 ਤਨਖਾਹ ਆ, ਬਿਲਕੁਲ ਠੀਕ ਹੈ, ਮੈਂ $100 ਪਾ ਦਿੱਤਾ RRSP ਦੇ ਵਿੱਚ। ਠੀਕ ਗੱਲ ਹੈ। ਕੀ ਉਹ ਜਿਹੜਾ $100 ਮੈਂ ਪਾਇਆ, ਜਿਹੜਾ ਮੇਰਾ $1000 ਸੀ ਤਨਖਾਹ ਦਾ, ਉਹਦੇ ਵਿੱਚੋਂ ਮੈਂ 100 ਕੱਢਿਆ, ਕੀ ਮੈਨੂੰ ਉਹ $100 ਹੁਣ ਮੈਨੂੰ ਟੈਕਸ 900 ਤੇ ਪਿਆ ਕਿ 1000 ਤੇ ਪਿਆ? ਸੋ ਅਗਰ ਅਸੀਂ ਇਹਨੂੰ ਸਿਸਟਮ ਵਾਈਜ਼ ਕਹੀਏ, ਜੀ। ਤੁਹਾਨੂੰ 1000 ਦੇ ਉੱਤੇ ਟੈਕਸ ਪਿਆ ਤੇ 100 ਉੱਤੇ ਟੈਕਸ ਤੁਹਾਨੂੰ ਰਿਫੰਡ ਵਾਪਸ ਆ ਗਿਆ। ਓਕੇ, ਨੈਟ ਤੁਹਾਨੂੰ 900 ਉੱਤੇ ਹੀ ਟੈਕਸ ਪਿਆ। ਪਰ ਜਦੋਂ ਮੈਂ ਇਹੀ $100 TFS 'ਚ ਪਾਇਆ ਤੇ ਮੈਨੂੰ 1000 ਤੇ ਟੈਕਸ ਦੇਣਾ ਪਿਆ ਕਿ 900 ਤੇ ਦੇਣਾ? ਤੁਹਾਨੂੰ 1000 ਦੇ ਉੱਤੇ ਪੂਰਾ ਟੈਕਸ ਦੇਣਾ ਪਿਆ। ਓਕੇ, ਯਾ ਠੀਕ ਹੈ ਜੀ। ਲੇਕਿਨ ਹੁਣ ਜਿਹੜਾ ਤੁਸੀਂ RRSP ਦੇ ਵਿੱਚ $100 ਪਾਇਆ ਵੈ, ਉਹ 100 ਕੱਲ ਨੂੰ 110 ਬਣ ਗਿਆ। ਓਕੇ, ਰਾਈਟ, ਉਹ ਤੇ ਇਨਕਮ ਹੋ ਗਈ। ਰਾਈਟ ਜੀ। ਜੋ ਤੁਸੀਂ 110 ਨੂੰ ਕਢਾਇਆ ਵੈ, ਤੁਹਾਨੂੰ ਟੈਕਸ 110 ਦੇ ਉੱਤੇ ਵਾਪਸ ਕਰਨਾ ਪੈਣਾ ਹੈ। ਓਕੇ, ਰਾਈਟ ਜੀ। ਜੋ TFS 100 ਪਾਇਆ ਵੈ, ਉਹ ਤੇ ਤੁਹਾਨੂੰ $10 ਬਣੇ, 110 ਹੋ ਗਏ। TFS ਜੋ 110 ਵਾਪਸ ਕਢਾਏ ਨਹੀਂ, ਜੀ। ਤੁਹਾਨੂੰ ਕੋਈ ਟੈਕਸ ਨਹੀਂ ਪੇ ਕਰਨਾ ਪੈਣਾ। ਓਕੇ, ਫਿਰ ਅੱਛਾ, ਹੁਣ ਜ਼ਿਆਦਾ ਕਲੀਅਰ ਕਰਤਾ ਤੁਸੀਂ। ਤਾਂ ਫਿਰ ਇਹ ਹੁਣ ਜੇ ਦੇਖੀਏ ਕਿ ਫਿਰ ਵਧੀਆ ਤਾਂ TFS ਹੀ ਹੋਇਆ। ਡਿਪੈਂਡਸ ਜੀ। ਇਹ ਹੁਣ ਡਿਪੈਂਡ ਕਰਦਾ ਹੈ ਕੌਣ ਪਰਸਨ ਹੈ, ਕਿਹਦੀ ਉਹਦੀ ਕਿੰਨੀ ਇਨਕਮ ਹੈ, ਕਿਹਦੇ ਵਾਸਤੇ ਹੈਗਾ ਵੈ। ਅਗਰ ਤੁਸੀਂ ਸਪੋਜ਼ ਕਰੋ ਕਿ ਲੋਅਰ ਇਨਕਮ ਦੇ ਵਿੱਚ ਆਉਂਦੇ ਹੋ, ਲੋਅਰ ਇਨਕਮ ਇਨ ਸੈਂਸ ਕਿ ਤੁਹਾਡੀ 50,000 ਤੋਂ ਘੱਟ ਇਨਕਮ ਹੈਗੀ ਹੈ, ਕੁਝ ਅਕਾਊਂਟੈਂਟਸ ਕਹਿਣਗੇ ਕਿ ਨਹੀਂ 80,000 ਤੱਕ ਵੀ ਜਾਣੇ ਹੈਗੇ ਨਾ, ਜੀ। ਉਹਨਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ TFS ਇਜ਼ ਬੈਟਰ। ਹਾਂ ਵੀ ਜੋ ਪੈਸੇ ਆ ਰਹੇ ਨੇ, ਰਿਟਰਨ ਆ ਰਹੀ ਹੈ, ਉਹਦੇ ਉੱਤੇ ਕੋਈ ਟੈਕਸ ਨਹੀਂ ਹੈਗਾ, ਕੁਝ ਨਹੀਂ ਹੈਗਾ, ਆਪਾਂ ਉਹਨੂੰ ਸੇਵ ਕਰਨੇ ਹੈਗੇ ਆ। ਕਿਉਂਕਿ RRSP ਜਦੋਂ ਤੁਸੀਂ ਕਢਾਣੇ ਨੇ, ਤੁਹਾਨੂੰ ਫਿਰ ਟੈਕਸ ਪੇ ਕਰਨਾ ਹੀ ਪੈਣਾ ਉਸ ਟਾਈਮ ਦੇ ਉੱਤੇ। ਅਗਰ ਅੱਜ ਮੈਂ RRSP 'ਚ ਪੈਸੇ ਪਾ ਰਿਹਾ ਵਾ, 25% ਬਚਾ ਰਿਹਾ ਵਾ, ਜਦੋਂ ਮੈਂ ਕਢਾਣੇ ਨੇ ਉਸ ਟਾਈਮ ਰੇਟ ਵੀ 25% ਤਾਂ ਹੋਣੀ ਹੈ। ਮੈਨੂੰ ਕੋਈ ਫਾਇਦਾ ਨਹੀਂ ਵਿੱਚ ਹੋਇਆ, ਕੋਈ ਅੰਨਾ ਨਹੀਂ ਹੋਇਆ। ਉਹਨਾਂ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬੈਟਰ ਹੈਗਾ। ਫਿਰ ਹੋਰ ਵੱਡੀ ਗੱਲ ਇਹ ਹੈਗੀ ਹੈ ਕਿ ਹਾਂਜੀ RRSP ਦੀ ਲਿਮਿਟ ਹੈ। ਤੁਸੀਂ ਇਹ ਨਹੀਂ ਹੈ ਕਿ ਤੁਸੀਂ ਲਾਈਕ ਅੱਜ ਮੈਂ $1,00,000 ਹੀ ਪਾ ਦੇਣਾ RRSP ਦੇ ਵਿੱਚ, ਨਾ, ਉਹਦੀ ਲਿਮਿਟ ਹੈ, ਤੁਸੀਂ ਕਿੰਨੀ ਮੈਕਸਿਮਮ ਪਾ ਸਕਦੇ ਹੈਗੇ ਹੋ। ਸੋ ਡਿਪੈਂਡਿੰਗ ਔਨ ਪਰਸਨ ਟੂ ਪਰਸਨ, ਜੇ ਤੁਸੀਂ ਇਨਕਮ ਜਨਰੇਟ ਕਰਨੀ ਹੈ, ਲੈਟਸ ਸੇ ਤੁਸੀਂ ਯੰਗ ਪਰਸਨ ਹੋ, ਤੁਹਾਨੂੰ ਪੈਸੇ ਅੱਜ ਤੋਂ ਥੋੜੀ ਦੇਰ ਬਾਅਦ ਚਾਹੀਦੇ ਨੇ, ਕਿਸੇ ਸੇਵਿੰਗਸ ਕਰ ਰਹੇ ਹੋ, ਕੋਈ ਵੇਕੇਸ਼ਨ ਵਾਸਤੇ ਕੁਝ ਟੈਂਪਰਰੀ ਪੈਸੇ ਪਾਣੇ ਨੇ, ਉਹਨਾਂ ਵਾਸਤੇ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਹੁਤ ਵਧੀਆ ਹੈਗਾ ਵੈ। ਤੁਸੀਂ ਅੱਜ ਪਾਏ ਨੇ, 6 ਮਹੀਨੇ ਬਾਅਦ ਤੁਸੀਂ ਕੱਢ ਲਏ ਨੇ, ਹਾਂਜੀ ਮੈਂ ਖਰਚਾ ਕਰਨਾ ਵੈ। ਤੁਸੀਂ ਰਿਟਾਇਰਮੈਂਟ ਵਾਸਤੇ ਬੈਠੇ ਹੋ, ਲੌਂਗ ਟਰਮ ਵਾਸਤੇ, ਤੁਹਾਡੇ ਵਾਸਤੇ RRSP ਬੈਟਰ ਹੈਗੀ ਹੈ। ਤੇ ਜੇ ਕੋਈ ਵਿਅਕਤੀ $10,000 RRSP 'ਚ ਇੱਕ ਸਾਲ 'ਚ ਪਾਉਂਦਾ ਹੈ ਤੇ ਕਿੰਨੀ ਕੁ ਸੇਵਿੰਗ ਕਰ ਜਾਂਦਾ ਜੀ ਉਹ? ਸੋ ਅਗੇਨ ਡਿਪੈਂਡ ਕਰਦਾ ਹੈ ਕਿ ਤੁਹਾਡੀ ਹਾਈਐਸਟ ਟੈਕਸ ਰੇਟ ਕੀ ਹੈਗੀ ਹੈ। ਓਕੇ, ਰਾਈਟ, ਸੋ ਲੈਟਸ ਇਮੈਜਿਨ ਕਿ ਤੁਹਾਡੀ ਇਨਕਮ ਇਸ ਟਾਈਮ ਸਾਲ ਦੀ $65,000 ਹੈ। ਠੀਕ ਹੈ, ਅਗਰ ਤੁਸੀਂ 10,000 ਪਾਉਂਦੇ ਹੋ, ਤੁਹਾਨੂੰ $3,000 ਤੇ $50 ਅਲਬਰਟਾ ਦਾ ਰੇਟ ਹੈਗਾ ਵੈ। ਆਪਾਂ ਡਿਪੈਂਡਿੰਗ ਔਨ ਪ੍ਰੋਵਿੰਸ, ਆਪਾਂ ਅਲਬਰਟਾ ਦੀ ਗੱਲ ਹੀ ਕਰਨੀ ਹੈ ਕਿ ਅਲਬਰਟਾ ਦੇ ਵਿੱਚ $3,050 ਸੇਵ ਕਰ ਸਕਦੇ ਹੋ 10,000 ਦੇ ਉੱਤੇ। ਓਕੇ, ਸੋ ਉਸ ਟੈਕਸ ਬ੍ਰੈਕਟ ਦੇ ਵਿੱਚ ਜਿਹੜੀ ਤੁਸੀਂ ਦੱਸੀ ਹੈ ਜੀ। ਬਿਲਕੁਲ, ਹਾਂਜੀ। ਅਗਰ ਤੁਸੀਂ ਇਹੀ ਸਪੋਜ਼ 1 ਲੱਖ ਤੋਂ ਉੱਪਰ ਹੁੰਦੇ ਹੋ, ਕਿਸੇ ਦੀ 1,15,000 ਹੈ, ਦੈਨ ਤੁਸੀਂ 3,600 ਤੱਕ ਸੇਵ ਕਰ ਸਕਦੇ ਹੋ। ਦੈਟਸ ਰਾਈਟ। ਸੋ ਏਦਾਂ ਹੀ ਉੱਪਰ ਚੱਲੀ ਜਾਂਦਾ ਹੈ। ਤੇ ਸਾਡੀ ਇਹ ਗੱਲਬਾਤ ਜਾਰੀ ਰਹੇਗੀ ਜੀ ਇਸ ਬ੍ਰੇਕ ਤੋਂ ਬਾਅਦ ਵੀ। ਇੱਕ ਵਰਡ ਹੈ ਮਦਾਨ ਜੀ, TFSA ਕੰਟਰੀਬਿਊਸ਼ਨ ਟਰੈਪ ਹੈ। ਕੀ ਇਹ ਵਾਕਈ ਕੰਟਰੀਬਿਊਸ਼ਨ ਟਰੈਪ ਹੈ? ਸੋ ਰਿਸ਼ੀ ਜੀ, ਟੈਕਸ ਫ੍ਰੀ ਸੇਵਿੰਗਸ ਅਕਾਊਂਟ ਤੋਂ ਸ਼ੁਰੂ ਕੀਤਾ ਗਿਆ ਸੀਗਾ। ਇਟ ਵਾਸ ਅ ਗ੍ਰੇਟ ਮੈਕੈਨਿਜ਼ਮ। ਹਰ ਡੈਫੀਨੇਟਲੀ ਇੱਕ ਬ੍ਰੇਕ ਮਿਲੀ ਸੀਗੀ ਕਿ ਆਪਾਂ ਜੋ ਇਨਕਮ ਕਰਦੇ ਹਾਂ, ਮਤਲਬ ਤੁਸੀਂ ਇੱਕ ਚੀਜ਼, ਮਤਲਬ ਨਾ ਥੋੜੀ ਜਿਹੀ ਟੈਕਨੀਕਲ ਚੀਜ਼ ਲਵੋ। ਤੁਸੀਂ ਹੁਣੇ ਮੈਨੂੰ ਜੋ ਗੱਲ ਕੀਤੀ ਕਿ ਮੈਂ $1,000 ਕਮਾਇਆ ਵੈ ਆਪਣਾ, ਤੇ $1,000 ਮੈਂ ਟੈਕਸ ਫ੍ਰੀ ਸੇਵਿੰਗ ਅਕਾਊਂਟ 'ਚ ਪਾ ਰਿਹਾ ਹੈਗਾ ਜੀ, ਰਾਈਟ। ਤੁਸੀਂ ਉਹਦੇ ਤੇ ਟੈਕਸ ਆਲਰੇਡੀ ਪੇ ਕਰ ਚੁੱਕੇ ਹੋ ਜਦੋਂ ਤੁਸੀਂ ਕਮਾ ਰਹੇ ਹੋ, ਰਾਈਟ। ਹੁਣ ਉਹਦੇ ਤੇ ਤੁਸੀਂ ਫੇਰ ਇਨਕਮ ਕਮਾਈ ਉਹਦੇ ਉੱਤੇ, ਉਸ ਇਨਕਮ ਤੇ ਫੇਰ ਦੁਬਾਰਾ ਟੈਕਸ ਪੇ ਕਰੋ। ਮਤਲਬ ਮੈਂ ਇੱਕ ਜਿਹੜੀ ਮੇਰੀ ਆਪਣੀ ਸੇਵਿੰਗ ਸੀਗੀਆਂ, ਮੇਰਾ ਆਪਣਾ ਪੈਸਾ ਜੇ ਤੇ ਮੈਂ ਟੈਕਸ ਪੇ ਕਰਤਾ ਸੀਗਾ, ਹੁਣ ਉਹਨੂੰ ਮੈਂ ਬੈਂਕ ਵਿੱਚ ਪਾਇਆ, ਬੈਂਕ ਵਿੱਚ ਮੈਨੂੰ ਇੰਟਰਸਟ ਮਿਲਿਆ, ਮੈਂ ਫਿਰ ਦੁਬਾਰਾ ਉਹਦੇ ਟੈਕਸ ਪੇ ਕਰਾਂ? ਮਤਲਬ ਮੈਂ ਟੈਕਸ ਦਾ ਜਿਹੜਾ ਪੈਸਾ ਬਣਾਈ ਜਾ ਰਿਹਾ, ਉਹਦੇ ਬਾਰ-ਬਾਰ ਟੈਕਸ ਪੇ ਕਰੀ ਜਾ ਰਿਹਾ ਵਾਂ ਉਸ ਚੀਜ਼ ਦੇ ਉੱਤੇ, ਆਪਣੀ ਇਨਕਮ ਦੇ ਉੱਤੇ ਨਾ। ਤਾਂ ਉਹਦੇ ਵਾਸਤੇ ਸਪੋਰਟ ਕੀਤਾ ਗਿਆ ਕਿ ਹਾਂਜੀ ਇਹ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਣਾਇਆ ਜਾਵੇ ਕਿ ਹਾਂਜੀ ਜਿਹੜੇ ਤੇ ਤੁਸੀਂ ਇਹ ਪੈਸੇ ਤੋਂ ਟੈਕਸ ਪੇ ਕਰ ਚੁੱਕੇ ਹੋ ਨਾ, ਤੇ ਦੁਬਾਰਾ ਟੈਕਸ ਨਾ ਪੇ ਕਰਨਾ ਪਏ ਉਹਦੇ ਉਸ ਇਨਕਮ ਦੇ ਉੱਤੇ ਨਾ। ਲੇਕਿਨ ਉਹਦੀ ਜਿਹੜੀ ਹੈ ਨਾ, ਆਪਣੀਆਂ ਦੋਨਾਂ ਦੀਆਂ RRSP ਦੀ ਵੀ ਸੇਮ ਹੈ, TFSA ਦੀ ਵੀ ਸੇਮ ਹੈਗੀ ਹੈ। ਓਕੇ, ਜਿਹੜੀਆਂ ਉਹਦੀਆਂ ਕੰਡੀਸ਼ਨਾਂ ਹੈਗੀਆਂ ਨਾ, ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਰਹੀਆਂ ਅੱਜ। ਮਤਲਬ ਇਹਨੂੰ ਆਏ ਨੂੰ ਮੋਰ ਦੈਨ 8 years ਹੋ ਗਏ ਨੇ ਆਪਣੇ ਨੂੰ, TFSA ਨੂੰ ਜੀ। ਹਾਲੇ ਵੀ ਨਾ ਲੋਕ ਉਸ ਕੰਡੀਸ਼ਨਸ ਨੂੰ ਸਮਝ ਨਹੀਂ ਪਾ ਰਹੇ ਕਿ ਇਹਨੂੰ ਕਿੱਦਾਂ ਕੰਟਰੀਬਿਊਟ ਕਰਨਾ ਵੈ ਤੇ ਕਿੱਦਾਂ ਕਢਾਉਣਾ ਵੈ।
ਸੋ ਟਰੈਪ ਇਹ ਹੈਗਾ ਵੈ ਕਿ ਜਿੱਦਾਂ ਹੁਣ ਇਸ ਸਾਲ ਦੀ ਲਿਮਿਟ ਹੈਗੀ 6500 ਕਿ ਹਾਂਜੀ ਤੁਸੀਂ ਕਿੰਨਾ TFS ਵਿੱਚ ਪਾ ਸਕਦੇ। ਲੈਟਸ ਸੇ ਤੁਸੀਂ ਅੱਜ ਹੁਣੇ ਇਸ ਸਾਲ ਹੀ ਸ਼ੁਰੂ ਕੀਤੀ ਕੰਟਰੀਬਿਊਸ਼ਨ ਨਾ, ਤੇ ਤੁਹਾਡੀ ਲਿਮਿਟ ਹੈਗੀ ਹੈ ਲੈਟਸ ਸੇ 6500 ਨਾ, ਤੁਸੀਂ ਅੱਜ 6500 ਪਾ ਦਿੱਤਾ ਉਹਦੇ ਵਿੱਚ। ਅੱਜ ਮਹੀਨਾ ਚੱਲਦਾ ਪਿਆ ਜਨਵਰੀ ਦਾ ਜੀ, ਠੀਕ ਹੈ। ਔਰ ਤੁਸੀਂ ਇਹਨਾਂ ਨੇ ਮੇਰਾ ਰੇਡੀਓ ਤੇ ਸੁਣਿਆ ਸੀ ਕਿ ਹਾਂਜੀ ਅਗਰ ਸ਼ਾਰਟ ਟਰਮ ਤੁਹਾਨੂੰ ਪੈਸਾ ਚਾਹੀਦਾ ਨਾ ਤੇ ਤੁਸੀਂ ਟੈਕਸ ਫ੍ਰੀ ਸੇਵਿੰਗਸ ਅਕਾਊਂਟ 'ਚ ਪਾ ਦਿਓ, ਤੇ ਜੇ ਤੁਸੀਂ ਬਾਅਦ ਚੋਂ ਕਢਾ ਲਿਓ ਤੁਹਾਨੂੰ ਟੈਕਸ ਨਹੀਂ ਪਏਗਾ। ਸੋ ਕੋਈ ਐਦਾਂ ਪਰਸਨ ਸੀ ਕਿ ਉਹਨਾਂ ਨੇ 6500 ਅੱਜ ਪਾਇਆ, ਉਹਦੇ ਉੱਤੇ ਜੀ ਉਹਨਾਂ ਨੂੰ 2% ਇੰਟਰਸਟ ਆ ਰਿਹਾ ਸੀਗਾ, ਠੀਕ ਹੈ ਜੀ। ਜਦੋਂ ਆਈਏ ਆਪਣਾ ਜੂਨ ਜੁਲਾਈ ਆਇਆ, ਕਿਤੇ ਇੰਡੀਆ ਦਾ ਟ੍ਰਿਪ ਦੀ ਲੋੜ ਪੈ ਗਈ, ਤਾਂ ਉਹਨਾਂ ਨੇ 6500 ਜਿਹੜਾ ਸੀ ਨਾ ਕਢਾ ਲਿਆ ਉਹਦੇ ਵਿੱਚੋਂ। ਉਹਦੇ ਉੱਤੇ ਇੰਟਰਸਟ ਬਣਿਆ ਸੀਗਾ $100, 6800 ਬਣਿਆ, ਉਹਨਾਂ ਨੇ ਕਢਾ ਲਿਆ ਵਾਪਿਸ ਨਾ ਉਹਨਾਂ ਨੇ, ਠੀਕ ਹੈ। ਉਹ ਸਪਟੈਂਬਰ ਅਕਤੂਬਰ ਦੇ ਵਿੱਚ ਟਾਈਮ ਚੰਗੇ ਆਏ, ਉਹ ਕਹਿੰਦੇ ਜੀ ਲੈ ਹੁਣ ਇਹਦਾ ਮਤਲਬ ਮੈਂ ਕਢਾਇਆ ਸੀਗਾ, ਮੈਂ ਵਾਪਸ ਪਾਣਾ ਹੁਣ TFS ਵਿੱਚ ਨਾ, ਇਹ 'ਚ ਵਾਪਸ ਪਾ ਦੇਵਾ ਤਾਂ ਕਿ ਮੈਂ ਫਿਰ ਦੁਬਾਰਾ ਇੰਟਰਸਟ ਕਮਾਉਣਾ ਸ਼ੁਰੂ ਕਰਨਾ। ਉਹ ਇੱਕ ਟਰੈਪ ਹੈ। ਉਹ ਟਰੈਪ ਇਸ ਕਰਕੇ ਹੈਗਾ ਵੈ ਕਿ ਜਿਹੜੀ ਤੁਹਾਡੀ ਲਿਮਿਟ, ਜਦੋਂ ਤੁਸੀਂ ਪੈਸੇ ਕਢਾਉਂਦੇ ਹੋ, ਤੁਹਾਡੀ ਲਿਮਿਟ ਜਿਹੜੀ ਹੈਗੀ ਨਾ ਅਗਲੇ ਸਾਲ 1 ਜਨਵਰੀ ਤੱਕ ਵਾਪਸ ਨਹੀਂ ਆਉਂਦੀ। ਓਕੇ, ਸੋ ਇਹਦਾ ਮਤਲਬ ਕੀ ਹੋਇਆ, ਤੁਸੀਂ ਅੱਜ ਪੈਸੇ ਪਾਏ ਨੇ, ਤੁਹਾਡੀ ਲਿਮਿਟ 0 ਹੋ ਗਈ, ਉਸ ਤੋਂ ਬਾਅਦ ਤੁਸੀਂ ਹੋਰ ਨਹੀਂ ਪਾ ਸਕਦੇ, ਇਸ ਤੋਂ ਉੱਪਰ ਨਹੀਂ ਪਾ ਸਕਦੇ। ਜੋ ਤੁਸੀਂ ਕਢਾਏ ਸੀਗੇ ਉਸ ਤੋਂ ਬਾਅਦ ਜੋ ਲਿਮਿਟ ਵਾਪਸ ਆਣੀ ਹੈ ਨਾ, ਉਹ ਅਗਲੇ ਸਾਲ 1 ਜਨਵਰੀ ਨੂੰ ਆਣੀ ਹੈ। ਉਹ ਜਿਹੜਾ ਇੱਕ ਟਰੈਪ ਹੈਗਾ ਨਾ, ਉਹ ਬੜੇ ਲੋਕਾਂ ਨੂੰ ਨਾ ਪੈਨਲਟੀ ਪਾ ਗਿਆ, ਕਿਉਂਕਿ ਉਹ ਓਵਰ ਕੰਟਰੀਬਿਊਸ਼ਨ ਮੰਨੀ ਜਾਂਦੀ ਹੈ। ਸੋ ਉਹ ਫਿਰ ਕੀ ਹੋਇਆ ਕਿ 1% ਇੰਟਰਸਟ ਜਿਹੜਾ ਹੈਗਾ ਨਾ, ਉਹ ਹਰ ਮਹੀਨੇ ਪੈਂਦਾ, ਪੈਨਲਟੀ ਪੈਂਦੀ ਉਹਦੀ 1%। ਸੋ ਜਿੰਨੇ ਕਮਾਏ ਸੀ ਉਸ ਤੋਂ ਜ਼ਿਆਦਾ ਮੈਂ ਪੈਨਲਟੀ ਪੇ ਕਰ ਦਿੱਤੀ ਹਰ ਮਹੀਨੇ ਦੀ। ਸੋ ਉਹ ਟਰੈਪ ਹੈ ਇੱਕ। ਸੋ ਬੇਸਿਕਲੀ ਜਿਹੜਾ ਮੈਸੇਜ ਇਹ ਹੈਗਾ ਵਾ ਕਿ ਅਗਰ ਤੁਸੀਂ TFS ਵਿੱਚ ਪੈਸੇ ਪਾਉਂਦੇ ਹੋ, ਤੁਸੀਂ ਲਿਮਿਟ ਖਤਮ ਕਰ ਚੁੱਕੇ ਹੋ ਆਪਣੀ, ਤੇ ਜੇ ਤੁਸੀਂ ਕਢਾਉਂਦੇ ਹੋ ਉਹਦੇ ਵਿੱਚ ਪੈਸੇ, ਤੇ ਅਗਲੇ ਸਾਲ 1 ਜਨਵਰੀ ਤੱਕ ਵੇਟ ਕਰੋ ਉਹ ਲਿਮਿਟ ਵਾਪਸ ਆਉਣ ਦੀ। ਹੁਣ ਤੁਸੀਂ ਪੈਸੇ ਦੁਬਾਰਾ ਰਾਈਟ ਵੀ ਨਹੀਂ ਪਾਣੇ ਹੈਗੇ। ਬਹੁਤ ਵੱਡਾ ਟਰੈਪ ਹੈ ਜੀ। ਹੁਣ ਆਪਾਂ ਕੱਲ ਦਾ ਇੱਕ ਆਰਟੀਕਲ ਸੀ। ਸਵਾਲ ਇਹੀ ਹੈ ਜੀ ਕਿ ਫਿਰ ਇਹ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਜਾਂ ਨੌਲੇਜ ਹੈ, ਇਹ ਹੈ ਹੀ ਨਹੀਂ, ਸਾਨੂੰ ਕੋਈ ਐਜੂਕੇਸ਼ਨ ਨਹੀਂ ਹੈ ਸਾਡੀ ਇਹਦੇ ਬਾਰੇ। ਸੋ ਗਵਰਨਮੈਂਟ ਦੇ ਵੱਲੋਂ ਉਹਨਾਂ ਨੇ ਕਹਿੰਦੇ ਜੀ ਅਸੀਂ ਪੂਰਾ ਐਕਸਪਲੇਨ ਕੀਤਾ ਵਾ, ਆਰਟੀਕਲਸ ਦਿੱਤੇ ਹੈਗੇ ਨੇ, ਦਿੱਤਾ ਹੈ। ਅਨਫੋਰਚੂਨੇਟਲੀ ਜਿਹੜੇ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਹੈਗੇ ਨੇ, ਕਈ ਲੋਕਾਂ ਨੂੰ ਜਿਹੜੇ ਇਸ ਟਰੈਪ ਦੇ ਵਿੱਚ ਪਏ ਨੇ, ਜਦੋਂ ਬੈਂਕ ਵਿੱਚ ਗਏ ਤੇ ਬੈਂਕ ਵਾਲਿਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਕਿ ਹਾਂ ਵੀ ਤੁਸੀਂ ਕੀ ਕਰਦੇ ਪਏ ਹੈਗੇ ਹੋ। ਹੋਰ ਇੱਕ ਕਲੌਜ਼ ਹੈਗੀ ਹੈ ਕਿ ਹਾਂਜੀ ਆਪਣੀ ਲਿਮਿਟ ਜਿਹੜੀ ਹੈਗੀ ਨਾ, ਸਾਨੂੰ ਪ੍ਰੋਪਰ ਪਤਾ ਨਹੀਂ ਚੱਲਦੀ ਸਾਡੀ ਲਿਮਿਟ ਹੈ ਕਿੰਨੀ ਹੈ। ਕਿਤੇ ਕੋਈ ਮਤਲਬ ਹੈ ਨਹੀਂ ਹੈ, ਮਤਲਬ CRA ਦਾ ਮਾਈ ਅਕਾਊਂਟ ਹੈਗਾ ਵੈ ਜਿੱਥੇ ਤੁਸੀਂ ਆਪਣਾ ਦੇਖ ਸਕਦੇ ਹੋ ਲਿਮਿਟ, ਉੱਪਰ ਉਹ ਅਪ ਟੂ ਡੇਟ ਨਹੀਂ ਹੁੰਦੀ। ਸੋ ਇੱਕ ਇਹ ਡੈਫੀਸ਼ੀਐਂਸੀ ਹੈਗੀ ਇਸ ਸਿਸਟਮ ਦੀ, ਆਈ ਵੁੱਡ ਸੇ ਕਿ ਕਾਫੀ ਲੋਕ ਇਹਦੇ ਇੱਕ ਤਾਂ ਅੰਡਰਸਟੈਂਡ ਨਹੀਂ ਕਰਦੇ, ਔਰ ਇੱਕ ਆਪਣਾ ਇਸ ਟਰੈਪ 'ਚ ਫਸ ਜਾਂਦੇ ਨੇ। ਹਾਲੇ ਵੀ ਪੈਨਲਟੀਜ਼ ਬਹੁਤ ਆ ਰਹੀਆਂ ਵੈ। ਅੱਛਾ, ਇੱਕ ਕੁਐਸਚਨ ਆਇਆ ਜੀ ਕਿ ਫਸਟ ਟਾਈਮ ਹਾਊਸ ਬਾਇਰ ਬੈਨੀਫਿਟ ਦੀ ਉਹਨਾਂ ਨੇ ਸਵਾਲ ਪੁੱਛਿਆ ਕਿ ਜੇ RRSP ਵਿੱਚ $35,000 ਹੈਗੇ ਨੇ ਤਾਂ ਉਹਦੇ ਵਿੱਚ ਬਾਇਰ ਬੈਨੀਫਿਟ ਕੀ ਹੈ? ਸੋ ਮੈਨੂੰ ਕਲੀਅਰ ਨਹੀਂ ਹੈ, ਪਰ ਤੁਸੀਂ ਮੈਨੂੰ ਸਮਝ ਲੱਗ ਗਿਆ ਜੀ। ਸੋ ਉਹਨੂੰ ਫਸਟ ਟਾਈਮ ਹੋਮ ਬਾਇਰ ਪਲਾਨ ਕਹਿੰਦੇ ਜੀ, ਆਪਣਾ HBP ਇਹਨੂੰ ਕਹਿੰਦੇ ਹੋਮ ਬਾਇਰ ਪਲਾਨ, ਫਸਟ ਟਾਈਮ ਹੋਮ ਬਾਇਰ ਪਲਾਨ। ਸੋ ਜਦੋਂ ਅਸੀਂ ਸੇਵਿੰਗਸ ਦੀ ਗੱਲ ਕੀਤੀ, ਅਸੀਂ ਕਹਿੰਦੇ ਕਿ ਬੰਦੇ ਯੰਗ, ਅਸੀਂ ਐਜ਼ ਅ ਫਾਈਨੈਂਸ਼ੀਅਲ ਪੀਪਲ ਵੀ ਸੇ ਕਿ ਹਾਂਜੀ ਜਿੰਨੀ ਜਲਦੀ ਹੋ ਸਕਦਾ ਉਹਨਾਂ ਸੇਵਿੰਗ ਸ਼ੁਰੂ ਕਰੋ। ਮੇਰੀ ਬੇਟੀ ਹਾਲੇ ਲਾਈਕ ਕਾਲਜ ਜਾਂਦੀ, ਯੂਨੀਵਰਸਿਟੀ ਜਾਂਦੀ ਹੈ, ਤੇ ਬੜੀ ਥੋੜੀ ਜਿਹੀ ਕਮਾਈ ਹੈ, ਪਰ ਅਸੀਂ ਉਸ ਕਮਾਈ ਨੂੰ ਵੀ ਨਾਲ ਉਹਨਾਂ ਨੂੰ ਆਦਤ ਪਾ ਦਿੱਤੀ ਕਿ ਹਾਂਜੀ $100 $200 ਕੁਛ ਆਪਣਾ ਸੇਵਿੰਗਸ ਕਰੋ। ਰਾਈਟ ਜੀ। ਨਾਓ ਆਫ ਕੋਰਸ ਪਲੈਨਿੰਗ ਹੈ ਕਿ ਹਾਂਜੀ ਟੈਕਸ ਫ੍ਰੀ ਸੇਵਿੰਗਸ ਅਕਾਊਂਟ 'ਚ ਪਾ ਰਹੇ ਹੋ ਜਾਂ RRSP 'ਚ ਪਾ ਰਹੇ ਹੋ। ਨਾਓ ਅਸੀਂ ਹੁਣੇ ਗੱਲ ਕੀਤੀ ਕਿ ਹਾਂਜੀ ਯੰਗ ਬੰਦੇ ਨੇ, ਉਹਨਾਂ ਨੇ ਸੇਵਿੰਗ RRSP 'ਚ ਪੈਸੇ ਪਾਤੇ। ਆਪਾਂ ਗੱਲ ਕੀਤੀ ਕਿ ਰਿਟਾਇਰਮੈਂਟ ਵਾਸਤੇ 65 ਤੇ ਘਟਾਉਣਾ ਵਾ, ਲੇਕਿਨ ਯੰਗ ਬੱਚਿਆਂ ਨੇ ਆਪਣੇ ਘਰ ਵੀ ਖਰੀਦਣੇ ਨੇ। ਬਿਲਕੁਲ ਰਾਈਟ। ਸੋ ਅੱਜ 18 20 22 25 ਸਾਲ ਦੇ ਨੇ, ਲੇਕਿਨ 30 ਸਾਲ ਤੱਕ ਉਹਨਾਂ ਨੇ ਘਰ ਖਰੀਦਣਾ। ਜਦੋਂ 30 ਸਾਲ ਤੇ ਘਰ ਖਰੀਦਣਾ, ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਹੁਣ ਤਾਂ ਘਰ ਵੀ ਸਸਤੇ ਨਹੀਂ ਜੀ, ਡਾਊਨ ਪੇਮੈਂਟ ਵੀ ਬਹੁਤ ਚਾਹੀਦੀ ਹੈ। ਆਪਣੇ ਪਿਛਲੇ ਤਾਂ ਮੈਂ ਇੱਥੇ ਸੁਣਦਾ ਪਿਆ ਸੀ ਸਟ੍ਰੈਸ ਟੈਸਟ ਜਿਹੜਾ ਹੈਗਾ ਉਹ ਵੀ ਬੜਾ ਹੁਣ ਟਫ ਜਿਹਾ ਹੋ ਗਿਆ ਹੈ। ਸੋ ਡਾਊਨ ਪੇਮੈਂਟ ਦੀ ਪੈਸੇ ਦੀ ਲੋੜ ਪੈਣੀ ਹੈ ਜੀ। ਨਾ ਸੇਵਿੰਗਸ ਤਾਂ ਮੇਰੀਆਂ ਉੱਥੇ ਹੀ ਪਈਆਂ। ਤੁਸੀਂ ਮੈਨੂੰ ਕਿਹਾ ਸੀ ਕਿ RRSP 'ਚ ਪਾ ਦੇ, ਮੈਂ RRSP 'ਚ ਪਾਤੀਆਂ, ਤੇ ਮੈਂ ਹੁਣ ਪੈਸੇ ਬਾਹਰ ਕੱਢਣੇ ਨੇ RRSP 'ਚੋਂ। ਲੇਕਿਨ ਬੜੀ ਇਹ ਤੱਕ ਟਰੈਪ ਹੋ ਗਿਆ। ਜਦੋਂ ਮੈਂ ਪੈਸੇ ਪਾਏ ਸੀਗੇ ਉਦੋਂ ਮੇਰੀ ਟੈਕਸ ਰੇਟ ਸੀਗੀ ਸਾਰੀ 25 ਜਾਂ 30%। ਅੱਜ ਮੈਂ ਹੁਣ ਘਰ ਖਰੀਦਣਾ ਹੈ ਤੇ ਮੇਰੀ ਟੈਕਸ ਰੇਟ ਤਾਂ ਐਕਚੁਅਲੀ 38% ਹੈ। ਮੈਨੂੰ ਤਾਂ ਉਲਟਾ ਜ਼ਿਆਦਾ ਟੈਕਸ ਪੇ ਕਰਨਾ ਪੈ ਰਿਹਾ ਜੀ। ਇਹ ਤਾਂ ਪਲੈਨਿੰਗ ਗਲਤ ਹੋ ਗਈ। ਸੋ ਦਾ ਮਤਲਬ ਆਈ ਸ਼ੁੱਡ ਨਾਟ ਹੈਵ ਡਨ ਦੈਟ, ਕਿ ਮੈਂ RRSP ਨਹੀਂ ਕਰਨਾ। ਨਾ ਆਪਾਂ ਵਾਪਸ ਆਉਂਦੇ ਆ ਕਿ ਇਹਦੇ ਵਿੱਚ ਗਵਰਨਮੈਂਟ ਨੇ ਉਸ ਚੀਜ਼ ਨੂੰ ਥੋੜੀ ਜਿਹੀ ਸਪੋਰਟ ਦਿੱਤੀ ਹੈ। ਓਕੇ, ਅਗਰ ਤੁਸੀਂ RRSP ਦੇ ਵਿੱਚੋਂ ਆਪਣਾ ਫਸਟ ਟਾਈਮ ਹੋਮ ਬਾਇਰ, ਜੇ ਪਹਿਲੀ ਵਾਰੀ ਤੁਸੀਂ ਆਪਣਾ ਘਰ ਖਰੀਦਦੇ ਹੋ, ਉਹਦੇ ਵਾਸਤੇ ਪੈਸੇ ਕਢਾਉਂਦੇ ਹੋ,
ਤੁਸੀਂ 35000 ਤੱਕ ਜਿਹੜੇ ਪੈਸੇ ਨੇ ਟੈਕਸ ਫ੍ਰੀ ਕਢਾ ਸਕਦੇ ਹੋ। ਟੈਕਸ ਤੁਹਾਨੂੰ- ਫ੍ਰੀ ਕਢਾ ਸਕਦੇ ਉਹ ਟੈਕਸ ਤੁਹਾਨੂੰ ਪੇ ਨਹੀਂ ਕਰਨਾ ਪਏਗਾ Okay. ਉਸ ਚੀਜ਼ ਦੇ ਉੱਤੇ। ਜਿੱਦਾਂ ਆਪਾਂ ਨਾਰਮਲੀ ਕਹਿੰਦੇ ਆ ਕਿ RRSP ਦੇ ਉੱਤੇ ਜਦੋਂ ਤੁਸੀਂ ਪੈਸੇ ਪਾਉਂਦੇ ਹੋ ਤੁਹਾਨੂੰ ਟੈਕਸ ਬਚਦਾ ਹੈ, ਜੀ। ਜਦੋਂ ਤੁਸੀਂ ਕਢਾਉਂਦੇ ਹੋ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਂਦਾ ਹੈ। ਇਸ ਕੇਸ ਦੇ ਵਿੱਚ ਤੁਹਾਨੂੰ ਟੈਕਸ ਨਹੀਂ ਪੇ ਕਰਨਾ ਪਏਗਾ, ਲੇਕਿਨ ਉਹਦੀ ਕੰਡੀਸ਼ਨ ਇਹ ਹੈਗੀ ਹੈ ਤੁਹਾਨੂੰ ਜਿੰਨੇ ਤੁਸੀਂ ਪੈਸੇ ਕਢਾਏ ਨੇ ਅਪ ਟੂ 35,000 ਤੁਹਾਨੂੰ 15 ਸਾਲਾਂ ਵਿੱਚ ਵਾਪਸ RRSP ਦੇ ਵਿੱਚ ਵਾਪਸ ਪਾਣੇ ਪੈਣੇ ਹੈਗੇ ਨੇ। ਜਿੰਨੇ ਕਢਾਏ ਨੇ ਉਹ 15 ਸਾਲਾਂ ਚ ਵਾਪਸ ਕਰਨੇ। ਯੈਸ। ਓਕੇ। ਸੋ ਇੱਕ ਤਰ੍ਹਾਂ ਦਾ ਅਗਰ ਸਮਝ ਲਵੋ ਕਿ ਅਗਰ ਤੁਸੀਂ ਅੱਜ $35,000 ਕਢਾਉਂਦੇ ਜੀ। ਔਰ ਤੁਹਾਡੀ ਟੈਕਸ ਰੇਟ 40% ਹੁੰਦੀ ਤੁਹਾਨੂੰ $14,000 ਟੈਕਸ ਪੇ ਕਰਨਾ ਪੈਣਾ ਸੀਗਾ। ਬਿਲਕੁਲ ਠੀਕ ਰਾਈਟ ਜੀ। ਉਹ ਤੁਹਾਨੂੰ 14,000 ਟੈਕਸ ਹੁਣ ਨਹੀਂ ਪੇ ਕਰਨਾ। ਉਹ ਤੁਹਾਨੂੰ 14,000 ਟੈਕਸ ਜਿਹੜਾ ਹੈਗਾ ਵਾ ਅਗਲੇ 15 ਸਾਲ ਲਈ ਤੁਹਾਨੂੰ ਇੱਕ ਤਰ੍ਹਾਂ ਦਾ ਬ੍ਰੇਕ ਮਿਲ ਗਈ ਹੈਗੀ ਹੈ ਕਿ 15 ਸਾਲ ਦੇ ਵਿੱਚ ਤੁਸੀਂ ਹੌਲੀ ਹੌਲੀ RRSP ਚ ਵਾਪਸ ਪੈਸੇ ਪਾ ਦਿਓ, ਟੈਕਸ ਦਾ ਬ੍ਰੇਕ ਮਿਲ ਗਿਆ। ਇੱਕ ਸਵਾਲ ਹੋਰ ਬੜਾ ਇੰਟਰਸਟਿੰਗ ਕੁਐਸਚਨ ਆਇਆ ਜੀ ਕਿ ਐਜ਼ ਪੇਰੈਂਟਸ ਸਾਡੇ ਕੋਲ RRSP ਚ ਪੈਸੇ ਪਏ ਨੇ, ਕੀ ਅਸੀਂ ਆਪਣੇ ਬੱਚੇ ਨੂੰ ਫਸਟ ਟਾਈਮ ਹੋਮ ਬਾਇਰ ਹੋਣ ਕਰਕੇ ਇਹਦੇ ਵਿੱਚੋਂ ਪੈਸੇ ਦੇ ਸਕਦੇ ਹਾਂ? ਨਹੀਂ ਜੀ। ਸੋ ਫਸਟ ਟਾਈਮ ਹੋਮ ਬਾਇਰ ਜਿਹੜਾ ਪਲਾਨ ਹੈਗਾ ਵਾ ਉਹ ਆਪਣਾ ਇੰਡੀਵਿਜੂਅਲ ਹੈ। ਓਕੇ। ਹਸਬੈਂਡ ਵਾਈਫ ਦਾ ਸੈਪਰੇਟ ਵੀ ਹੈਗਾ ਵਾ, ਹਸਬੈਂਡ ਦਾ ਵੀ ਆਪਣਾ 35,000 ਹੈ, ਵਾਈਫ ਦਾ 35,000 ਹੈਗਾ ਵਾ, ਲੇਕਿਨ ਤੁਸੀਂ ਆਪਣੇ ਬੱਚੇ ਵਾਸਤੇ ਨਹੀਂ ਕੱਢ ਸਕਦੇ। ਅਗਰ ਤੁਸੀਂ ਬੱਚੇ ਵਾਸਤੇ ਕੱਢੋਗੇ ਤੁਹਾਨੂੰ ਇਹ ਤੇ ਟੈਕਸ ਪੇ ਕਰਨਾ ਪੈਣਾ। ਤੇ RRSP ਦੀ ਕੰਟਰੀਬਿਊਸ਼ਨ ਦੀ ਲਾਸਟ ਡੇਟ ਕੀ ਹੈ ਇਸ ਸਾਲ ਦੀ? ਸੋ February 28 ਜਿਹੜੀ ਆਪਣੀ ਟਿਪੀਕਲ ਡੇਟ ਹੁੰਦੀ ਹੈਗੀ ਹੈ RRSP ਦੀ ਡੇਟ, ਮਾਰਚ 1 ਹੀ ਹੁੰਦੀ ਹੈ ਟਿਪੀਕਲ ਡੇਟ ਹੁੰਦੀ ਹੈਗੀ, ਅਨਲੈਸ ਅਗਰ ਛੁੱਟੀ ਆ ਜਾਵੇ। ਸੋ ਇਸ ਸਾਲ ਦੀ ਮਾਰਚ 1 ਦੀ ਹੋਏਗੀ। ਸੋ 1 ਮਾਰਚ ਤੱਕ ਅਸੀਂ RRSP ਲੈ ਸਕਦੇ ਹਾਂ। ਬਿਲਕੁਲ ਠੀਕ ਗੱਲ ਹੈ, ਲੇਕਿਨ ਲਾਸਟ ਮਿੰਟ ਤੱਕ ਨਾ ਰੁਕੋ। ਮਾਈ ਸੁਜੈਸ਼ਨ ਹੋਏਗੀ ਪਲੈਨਿੰਗ ਕਰੋ ਤੇ ਜਲਦੀ ਕਰੋ ਜਿਹਦੀ ਕੰਟਰੀਬਿਊਸ਼ਨ। ਜੀ। ਤੇ ਇੱਕ ਹੋਰ ਇੱਕ ਕਮੈਂਟ ਹੀ ਹੈ ਮੇਰੇ ਖਿਆਲ ਜ਼ਿਆਦਾ ਜੀ, ਮਨਵੀਰ ਜੀ ਦਾ ਕਮੈਂਟ ਹੈ ਕਿ ਵੈਰੀ ਗ੍ਰੇਟ ਗੁੱਡ ਐਕਸਪਲੇਨੇਸ਼ਨ ਬਾਈ ਮਦਾਨ ਜੀ। ਇਨ ਕੈਨੇਡਾ ਵੀ ਪੇ ਟੈਕਸਿਸ ਔਨ ਆਲ ਕਾਈਂਡਸ ਆਫ ਇਨਵੈਸਟਮੈਂਟ ਪ੍ਰੋਫਿਟਸ। TFSA ਇਜ਼ ਐਨ ਅਕਾਊਂਟ ਵੇਅਰ ਵੀ ਡੋਂਟ ਪੇ ਟੈਕਸਿਸ ਔਨ ਪ੍ਰੋਫਿਟਸ। ਇਹੀ ਗੱਲ ਤੁਸੀਂ ਵੀ ਦੱਸੀ ਮੇਰੇ ਖਿਆਲ 'ਚ। ਸੋ ਬਿਲਕੁਲ ਠੀਕ ਗੱਲ ਹੈ ਜੀ। ਸੋ ਅਗਰ ਵਰਡ ਯੂਜ਼ ਕਰਦੇ ਹਾਂ ਕਿ ਇਨਕਮ, ਅਸੀਂ ਵਰਡ ਯੂਜ਼ ਕਰਦੇ ਹਾਂ, ਅਗਰ TFSA ਵਿੱਚ ਸੇਵਿੰਗਸ ਅਕਾਊਂਟ ਦੇ ਵਿੱਚ ਤੁਹਾਡੇ ਅਗਰ ਇਨਕਮ ਗਰੋਥ ਹੋ ਰਹੀ ਹੈ ਉਹਦੇ ਵਿੱਚ, ਚਾਹੇ ਉਹ ਡਿਵੀਡੈਂਡ ਨੇ, ਇੰਟਰਸਟ ਹੈ, ਉਹਦੇ ਤੇ ਤੁਹਾਨੂੰ ਟੈਕਸ ਜਿਹੜਾ ਹੈਗਾ ਉਹ ਨਹੀਂ ਪੈਂਦਾ ਹੈਗਾ ਜੀ। ਜੀ। ਇਸ ਤੋਂ ਇਲਾਵਾ ਹੁਣ ਅਸੀਂ ਆਈਏ ਕਿ ਕੀ ਜਿਹੜੀ TFSA ਦੀ ਕੰਟਰੀਬਿਊਸ਼ਨ ਹੈ ਜ਼ਿਆਦਾ ਹੈ, ਜੇ ਮੈਸਿਵ ਹੈ ਸਾਡੀ, ਤਾਂ ਕੀ ਇਹ ਕੋਈ ਗਲਤੀ ਹੈ? ਕੈਨ ਮੈਸਿਵ TFSA ਕੰਟਰੀਬਿਊਸ਼ਨ ਮਿਸਟੇਕ ਪੁੱਟਸ ਟੈਕਸ ਪੇਅਰ ਇਨ CRA's crosshairs? ਸੋ ਮੈਂ ਕੁਐਸਚਨ ਨੂੰ ਸ਼ਾਇਦ ਥੋੜਾ ਬੈਟਰ ਸਮਝਣਾ ਚਾਹਾਂਗਾ। ਸੋ ਮੈਸਿਵ ਹੋ ਸਕਦਾ ਹੈ ਕਿ ਤੁਸੀਂ ਕਦੀ ਲੈਟਸ ਸੇ ਤੁਸੀਂ ਸ਼ੁਰੂ ਤੁਸੀਂ ਕੈਨੇਡਾ 'ਚ ਪਿਛਲੇ 10 ਸਾਲ ਤੋਂ ਰਹਿ ਰਹੇ ਹੋ, ਤੁਸੀਂ ਕਦੀ ਵੀ ਕੰਟਰੀਬਿਊਟ ਨਹੀਂ ਕੀਤਾ ਜੀ, ਰਾਈਟ? ਸੋ ਨਾ ਤੁਹਾਡੀ ਲਿਮਿਟ ਜਿਹੜੀ ਹੈਗੀ ਹੈ, ਸੋ ਹਰ ਸਾਲ ਉਹਦਾ ਅਮਾਊਂਟ ਦਾ ਲਿਮਿਟ ਅੱਗੇ ਕੈਰੀ ਫੋਰਵਰਡ ਹੋ ਜਾਂਦੀ ਹੈ। ਅਗਰ ਤੁਸੀਂ ਇਸ ਸਾਲ ਨਹੀਂ ਕੰਟਰੀਬਿਊਟ ਕਰਦੇ ਤੁਹਾਡੇ ਐਡ ਹੋ ਜਾਂਦੀ ਹੈ। ਸੋ ਲੈਟਸ ਸੇ ਤੁਸੀਂ $75,000 ਇਕੱਠਾ ਇੱਕ ਆਪਣਾ ਜਮ੍ਹਾਂ ਕਰਾ ਦਿੱਤਾ ਹੈ TFSA 'ਚ, ਤੁਸੀਂ ਕਦੀ ਵੀ ਲਿਮਿਟ ਯੂਜ਼ ਨਹੀਂ ਕੀਤੀ ਸੀਗੀ। ਨੋ, ਦੈਟਸ ਨਥਿੰਗ। ਕੋਈ ਉਹਦੇ ਵਿੱਚ ਆਪਣਾ ਹੈ ਨਹੀਂ ਹੈ ਕਿ ਕਿਸ ਤਰ੍ਹਾਂ ਹੈ। ਅਫਕੋਰਸ ਕੁਐਸਚਨ ਇਹੀ ਆਏਗਾ ਕਿ 75,000 ਆਇਆ ਕਿੱਥੋਂ ਹੈ, ਤੁਹਾਡੀ ਮਤਲਬ ਕਿਸੇ ਹੋਰ ਸੇਵਿੰਗਸ ਦੇ ਵਿੱਚ ਪਿਆ ਹੋਏਗਾ। ਅਗਰ ਮੈਨੂੰ ਦੂਸਰੇ ਪਾਸੇ ਲੈਣਾ ਵਾ ਮੈਸਿਵ ਕਿ ਹਾਂਜੀ ਮੇਰੀ ਲਿਮਿਟ ਤਾਂ 75,000 ਹੈ, ਮੈਂ ਜਾ ਕੇ $1.5 ਲੱਖ ਜਮ੍ਹਾਂ ਕਰਾ ਦਿੱਤਾ ਉਹਦੇ ਵਿੱਚ, ਨਾਓ ਦੈਟਸ ਐਨ ਓਵਰ ਕੰਟਰੀਬਿਊਸ਼ਨ। ਯੈਸ, ਦੈਟ ਇਜ਼ ਪੈਨਲਟੀ ਅਗਰ ਓਵਰ ਕੰਟਰੀਬਿਊਟ ਕਰਦੇ ਹੋ। ਸੋ ਆਪਣੇ TFSA ਦੀ ਤੁਹਾਨੂੰ ਲਿਮਿਟ ਪਤਾ ਹੋਣੀ ਚਾਹੀਦੀ ਹੈ ਕਿ ਮੈਂ ਮੈਕਸਿਮਮ ਕਿੰਨਾ ਕੰਟਰੀਬਿਊਟ ਕਰ ਸਕਦਾ ਵਾਂ। ਅਗਰ ਉਹਦੇ ਤੋਂ ਉੱਪਰ ਕਰਦੇ ਹੋ ਦੈਨ ਡੈਫੀਨੇਟਲੀ ਦੇयर ਵਿਲ ਬੀ ਅ ਪੈਨਲਟੀ। ਸੋ ਇਹ ਹੋਇਆ ਕਿ TFSA ਦੀ ਜਿਹੜੀ ਹੈ ਮੈਕਸਿਮਮ ਜਮ੍ਹਾਂ ਕਰਾਉਣ ਦੀ ਕੋਈ ਇੱਕ ਲਿਮਿਟ ਹੈ, ਉਹ ਪਰਸਨ ਟੂ ਪਰਸਨ ਵੇਰੀ ਕਰਦੀ ਹੈ ਕਿ ਸਾਰੀ ਇਕੱਠੀ ਯੂਨੀਵਰਸਲ ਹੀ ਹੈ? ਨਹੀਂ, ਯੂਨੀਵਰਸਲ ਹੈ ਜੀ। ਐਵਰੀਵਨ ਗੈਟਸ ਦ ਸੇਮ ਨੰਬਰ ਜੀ। ਉਹ $65 ਹੈ। ਇਸ ਸਾਲ ਦਾ $65 ਹੈ। ਅਗੇਨ ਹਰ ਸਾਲ ਵੱਧਦਾ। ਪਿਛਲੇ ਸਾਲ 6,000 ਸੀਗੀ, ਉਸ ਤੋਂ ਪਹਿਲਾਂ 5,500 ਸੀਗੀ। ਤੇ ਹੁਣ ਸਾਨੂੰ ਕੁਝ ਟਿਪਸ ਦੱਸੋ ਕਿ ਅਸੀਂ ਆਪਣੀ, ਕਿਉਂਕਿ ਟਾਈਮ ਤਾਂ ਹੁਣ ਫਰਵਰੀ ਦਾ ਹੀ ਰਹਿ ਗਿਆ ਸਾਡੇ ਕੋਲ, ਤੇ ਕੀ ਕਰ ਸਕਦੇ ਅਸੀਂ ਇਸ 1.5 ਮਹੀਨੇ ਦੇ ਵਿੱਚ? ਸੋ ਫਸਟ ਜਿਹੜਾ ਹੈਗਾ ਵਾ, ਅਸੀਂ ਯੂਜ਼ਲੀ ਜਦੋਂ ਅਸੀਂ ਆਪਣੇ ਆਫਿਸ ਦੇ ਵਿੱਚ ਆਪਣੇ ਕਲਾਇੰਟਸ ਨਾਲ ਵੀ ਕਰਦੇ ਹਾਂ, ਅਸੀਂ ਯੂਜ਼ਲੀ ਟਰਾਈ ਕਿ ਦਸੰਬਰ 31 ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਾਂ ਆਪਾਂ ਕਿ ਆਪਣਾ ਪਲੈਨਿੰਗ ਕੀ ਕਰਨੀ ਹੈ। ਸੋ ਪਹਿਲੀ ਪਲੈਨਿੰਗ ਇਹ ਹੈਗੀ ਆਪਣਾ ਦਸੰਬਰ 31 ਦਾ ਪੇ ਸਟੱਬ ਕੱਢੋ, ਜਿਹੜਾ ਪਹਿਲਾ ਹੈਗਾ ਵਾ। ਅਗਰ ਤੁਸੀਂ EMPLOYEE ਹੈਗੇ ਹੋ ਤੁਹਾਡੇ ਕੋਲ ਉਹ ਪੇ ਸਟੱਬ ਹੋਏਗਾ। ਅਗਰ ਤੁਸੀਂ ਬਿਜ਼ਨਸ ਵਾਲੇ ਹੈਗੇ ਹੋ ਦੈਨ ਤੁਹਾਡੇ ਕੋਲ ਐਸਟੀਮੇਟ ਹੋਏਗਾ ਆਪਣੀ ਇਨਕਮ ਦਾ ਕਿ ਹਾਂਜੀ ਤੁਹਾਡੇ ਕੋਲ ਆਪਣੇ ਡਿਵੀਡੈਂਡ ਨੇ ਜਾਂ ਸੈਲਰੀ ਹੈ, ਜੋ ਵੀ ਤੁਹਾਡੀ ਇਨਕਮ ਹੈਗੀ ਹੈ। ਆਪਣਾ ਇੱਕ 2022 ਦਾ ਐਸਟੀਮੇਟ ਬਣਾਓ ਤੁਹਾਡੀ ਕਿੰਨੀ ਇਨਕਮ ਹੋਏਗੀ।
ਨਾਓ ਫਾਈਂਡ ਆਊਟ ਯੋਰ ਮੈਕਸਿਮਮ ਰੇਟ ਕਿ ਤੁਸੀਂ ਕਿਸ ਹਾਈਐਸਟ ਰੇਟ ਤੇ ਟੈਕਸ ਪੇ ਕਰਨਾ ਹੈਗਾ ਸੋ ਅਗਰ ਮੈਂ ਜ਼ਬਾਨੀ ਜਿਹੀ ਟਿਪ ਦੇ ਦੇਵਾਂ ਜੀ ਅਗਰ ਤੁਸੀਂ 50,000 ਤੇ ਨੀਚੇ ਹੈਗੇ ਹੋ ਆਈ ਵੁੱਡ ਸੇ you can ignore yourself. Okay. मतलब कोई इतना इंसेंटिव नहीं है. Still, I still support RRSP. I still support कि savings हैगियां मैं depending on थोड़ा किन्ना को तेरे कोल सेविंग्स ने ਤੁਸੀਂ ਕਿਤੇ ਰੱਖ ਸਕਦੇ ਹੋ ਲੇਕਿਨ ਅਸੀਂ ਨਾਰਮਲੀ ਸੋਚਦੇ ਹਾਂ ਕਿ ਜੇ 50,000 ਦੀ ਇਨਕਮ ਹੈ ਤਾਂ ਉਹਦੇ ਵਿੱਚ ਆਪਣਾ ਹੱਥ ਟਾਈਟ ਰਹਿੰਦਾ ਹੈਗਾ ਵੈ ਤਾਂ ਇਸ ਵਾਸਤੇ ਆਪਣੇ ਕੋਲ ਨਹੀਂ ਹੋਣਗੀਆਂ ਪਰ ਅਗਰ ਤੁਸੀਂ 50,000 ਤੋਂ ਉੱਪਰ ਹੋ ਨਾ ਅਗੇਨ ਅਗਰ ਤੁਸੀਂ ਸਪੋਜ਼ ਬੈਠੇ ਹੋ 80,000 90,000 ਦੇ ਕੋਲ ਬੈਠੇ ਹੈਗੇ ਹੋ ਤਾਂ ਤੁਹਾਨੂੰ ਕੋਲ ਥੋੜਾ ਇਨਸੈਂਟਿਵ ਹੈਗਾ ਵੈ ਸੇਵਿੰਗਸ ਦਾ ਸੋ ਉਹ ਪਲੈਨਿੰਗ ਤੁਸੀਂ ਅੱਜ ਤੋਂ ਸ਼ੁਰੂ ਕਰ ਲਵੋ ਨਾਓ ਮੈਂ ਨਹੀਂ ਕਹਿ ਰਿਹਾ ਕਿ ਹਾਂਜੀ ਬੈਂਕ ਦੇ ਵਿੱਚ 50,000 ਰੁਪਇਆ ਜਾ ਕੇ ਫਟਾਫਟ ਜਾ ਕੇ RRSP 50,000 ਪਾ ਕੇ ਆ ਜਾਓ ਉਹਨੂੰ ਐਵਰੇਜ ਆਊਟ ਕਰ ਲਓ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ ਜਾਂ ਕਿਸੇ ਫਾਈਨੈਂਸ਼ੀਅਲ ਪਰਸਨ ਨਾਲ ਗੱਲ ਕਰੋ ਤੇ ਉਹਦੀ ਤੁਸੀਂ ਪਲੈਨਿੰਗ RRSP ਦੀ ਅੱਜ ਹੀ ਕਰ ਦਿਓ ਅਦਰ ਬਿਗਰ ਥਿੰਗ ਜਿਹੜੀ ਆਈ ਥਿੰਕ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ ਇਹਨੂੰ ਇਕੱਠੇ ਪਾਉਣ ਦੀ ਬਜਾਏ ਡਿਵਾਈਡ ਕਰ ਲਓ ਹਰ ਮਹੀਨੇ ਇੱਕ ਆਦਤ ਬਣਾ ਲਓ rather than ਕਿ ਹਾਂਜੀ ਮੈਂ ਸਾਲ ਦੇ ਐਂਡ 'ਚ 10,000 ਇਕੱਠਾ ਪਾਉਣਾ ਮੈਂ ਭੱਜਦੇ ਹੋ 10,000 ਲੱਭਣ ਵਾਸਤੇ ਫਿਰ ਲੋਨ ਲੈਣੇ ਆ ਫਿਰ ਲੋਨ ਲੈਣੇ ਇੱਕ ਉਹ ਵੀ ਟ੍ਰੈਪ ਹੈਗਾ ਜੀ ਲੋਨ ਵਾਲਾ ਵੀ ਟ੍ਰੈਪ ਹੈਗਾ ਐਨੀਵੇ ਬੜਾ ਉਹ ਅਸੀਂ ਚਲੋ ਆਪਾਂ ਉਹਦੀ ਵੀ ਗੱਲ ਕਰ ਹੀ ਦਿਓ ਜੀ ਕਰ ਹੀ ਦਿਓ ਸਰ ਹੁਣ ਸੋ ਬੇਸਿਕਲੀ ਜੀ ਕਿਸੇ ਨੇ ਪ੍ਰੋਗਰਾਮ ਸੁਣਿਆ ਮੇਰਾ ਉਹਨਾਂ ਨੇ ਕਿਹਾ ਜੀ ਲੈ ਮੇਰੀ ਰੇਟ ਤਾਂ ਹੈਗੀ 38% ਮੈਂ ਜਾ ਕੇ ਨਾ $10,000 ਪਾ ਦੇਣਾ RRSP 'ਚ 3800 ਬਚ ਜਾਏਗਾ ਮੈਨੂੰ ਨਾ ਤੇ ਉਹ ਹੁਣ ਹੱਥ ਤੁਸੀਂ ਆਪਾਂ ਕਹਿੰਦੇ ਟਾਈਟ ਹੈਗਾ ਜੀ ਮੋਰਟਗੇਜ ਰੇਟ ਵੀ ਬਹੁਤ ਵੱਧ ਚੁੱਕੀ ਹੈ ਮੈਂ ਪੈਸੇ ਦਾ ਕੁਝ ਹੈ ਨਹੀਂ ਹੈ ਜੀ ਲੇਕਿਨ ਉਹ ਇੱਕ ਹੁਣ ਨਾ ਆ ਗਿਆ ਕਿ ਯਾਰ 3800 ਬਚ ਜਾਏਗਾ 3800 ਰਿਫੰਡ ਆ ਜਾਏਗਾ ਮੈਨੂੰ ਜੀ ਸੋ ਮੈਂ ਜਾ ਕੇ 10,000 RRSP ਪਾਣਾ ਹੀ ਪਾਣਾ ਹੈਗਾ ਮੈਂ ਤਾਂ ਹੁਣ ਪੈਸਾ ਕਿੱਥੋਂ ਆਉਣਾ ਜੀ ਹੁਣ ਦੋ ਗੱਲਾਂ ਜਾਂ ਤਾਂ ਮੈਂ ਆਪਣੀ ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੁੱਕ ਲੈਣਾ ਜੇ ਮੇਰੇ ਕੋਲ ਹੋਏਗੀ ਪਰ ਮੈਂ ਸੁਣਿਆ ਕਿ RRSP ਲੋਨ ਮਿਲ ਜਾਂਦਾ ਹੈਗਾ ਵੈ ਉਹ ਈਜ਼ੀ ਕੰਮ ਹੈ ਉਹ ਮੈਨੂੰ ਆਪਣੀ ਲਾਈਨ ਆਫ ਕ੍ਰੈਡਿਟ ਵੀ ਨਹੀਂ ਹਿਲਾਉਣੀ ਪੈਣੀ ਜਾ ਕੇ RRSP ਦਾ ਲੋਨ ਲੈਣਾ ਕਿ ਮੈਂ ਬੈਂਕ ਵਿੱਚ ਗਿਆ ਉਹਨਾਂ ਨੇ ਵੀ ਸੁਜੈਸਟ ਕਰ ਦਿੱਤਾ ਨਾ ਕਿ ਤੁਸੀਂ RRSP ਦਾ ਲੋਨ ਲੈ ਲਵੋ ਤੇ ਤੁਸੀਂ ਆਪਣਾ RRSP ਵਿੱਚ ਪਾ ਦਿਓ ਮੈਂ ਬੈਂਕ ਵਿੱਚ ਗਿਆ $10,000 ਦਾ RRSP ਦਾ ਲੋਨ ਲਿੱਤਾ $3,800 ਮੇਰੇ ਬੈਂਕ ਵਿੱਚ ਐਕਸਟਰਾ ਆ ਗਿਆ ਜੀ ਰਾਈਟ ਬਿਲਕੁਲ ਠੀਕ ਲੇਕਿਨ ਉਹ 10,000 ਦਾ ਲੋਨ ਹੈ ਉਹ 1 ਸਾਲ 'ਚ ਵਾਪਸ ਵੀ ਕਰਨਾ ਹੈਗਾ ਵੈ ਅੱਛਾ 1 ਸਾਲ 'ਚ ਮੋੜਨਾ ਹੁੰਦਾ ਜੀ ਹਾਂਜੀ ਟਿਪੀਕਲ ਲੋਨਸ 1 ਸਾਲ ਦੇ ਹੀ ਹੁੰਦੇ ਨੇ RRSP ਦੇ ਲੋਨ ਹੁੰਦੇ ਨੇ ਉਹ 1 ਸਾਲ ਦੇ ਹੁੰਦੇ ਹੈਗੇ ਨੇ ਅੱਛਾ ਜੀ ਸੋ 3800 ਜਿਹੜਾ ਆਇਆ ਸੀਗਾ ਉਹ ਤਾਂ ਬੜੀ ਖੁਸ਼ੀ ਹੋ ਗਈ 3800 ਆ ਗਿਆ ਵਾ ਚਲੋ ਆਪਾਂ ਇੱਕ ਟ੍ਰਿਪ ਲਾਣੇ ਇੰਡੀਆ ਦਾ ਉਹ ਖਤਮ ਵੀ ਹੋ ਗਿਆ ਸੋ ਕਰ ਕਰਾ ਕੇ ਹੁਣ ਵਾਪਸ ਅਸੀਂ ਉਹ ਟ੍ਰੈਪ 'ਚ ਆ ਗਏ ਕਿ $10,000 ਜਿਹੜਾ ਹੈਗਾ ਵਾ ਉਹ ਮੋੜਨਾ ਹੈਗਾ ਵਾ ਚਲੋ ਉਹ ਤਾਂ ਪਤਾ ਹੀ ਸੀਗਾ ਕਿ ਸੇਵਿੰਗਸ ਕਰਦੇ ਪਏ ਹੌਲੀ ਹੌਲੀ ਮੋੜ ਲਾਂਗੇ ਇਹ ਵੀ ਸੋਚਿਆ ਹੋਇਆ ਸੀ ਹੁਣ $800 ਮਹੀਨੇ ਦਾ ਪਾਓ ਚਲੋ ਉਹ ਵੀ ਪਾ ਦੇਣੇ ਉਹ ਵੀ ਮੈਂ ਪਲੈਨਿੰਗ ਕੀਤੀ ਹੋਈ ਸੀਗੀ ਹਾਂ ਮੈਨੂੰ ਪਤਾ ਸੀ ਮੈਂ ਪੜ੍ਹਿਆ ਲਿਖਿਆ ਆਦਮੀ ਹੈ ਮੈਂ ਕੌਨਸ਼ੀਅਸ ਸੀਗਾ ਕਿ ਮੈਨੂੰ ਪਤਾ ਹੈ ਕਿ 10,000 ਨੂੰ ਵਾਪਸ ਕਰਨਾ ਪੈਣਾ ਸੀ ਉਹ 10,000 ਜਿਹੜਾ ਸੀਗਾ ਉਹਦਾ ਜਦੋਂ ਮੈਂ ਉਹ ਲੋਨ ਲਿੱਤਾ ਤੇ ਉਹਨਾਂ ਨੇ ਦੱਸਿਆ ਜੀ ਕਿ ਤੁਹਾਨੂੰ ਮੈਂ ਲੋਨ ਜਿਹੜਾ ਹੈਗਾ ਨਾ ਪ੍ਰਾਈਮ ਪਲੱਸ 5.5% ਸਮਝਦੇ ਤਾਂ 6% ਇੰਟਰਸਟ ਲੱਗੇਗਾ ਉਹਦੇ ਉੱਤੇ ਤੁਹਾਨੂੰ ਨਾ ਜੀ ਹੁਣ ਉਹ ਟ੍ਰੈਪ ਹੈਗਾ ਜੀ ਜਿਹੜਾ 10,000 ਦੀ RRSP ਜੋ ਲਿੱਤਾ ਵੈ ਉਹਨੂੰ ਕਿਤੇ ਇਨਵੈਸਟ ਵੀ ਕਰਨਾ ਵੈ ਰਾਈਟ ਤੁਸੀਂ GIC 'ਚ ਪਾਉਂਦੇ ਹੋ ਤਾਂ ਖਾਲੀ ਤੁਹਾਨੂੰ ਮਿਲਦਾ ਵੈ 2-3% ਮਿਊਚੁਅਲ ਫੰਡ 'ਚ ਪਾਉਂਦੇ ਹੋ ਤਾਂ ਰਿਸਕੀ ਹੈਗਾ ਵੈ ਪਤਾ ਨਹੀਂ ਹੁੰਦਾ ਮਤਲਬ ਕੀ ਜੇ 6% ਮੈਂ ਇੰਟਰਸਟ ਪੇ ਕਰ ਰਿਹਾ ਵਾਂ ਉਹਦੇ ਤੇ ਕਮ ਸੇ ਕਮ ਮੈਨੂੰ 6% ਰਿਟਰਨ ਵੀ ਚਾਹੀਦੀ ਹੈ ਤਾਂ ਫਾਇਦਾ ਹੈ ਜੇ ਮੈਂ 6% ਆਪਣਾ ਉਹਦੇ ਤੇ ਇੰਟਰਸਟ ਪੇ ਕਰ ਰਿਹਾ ਤਾਂ ਮੈਂ ਪਾਤਾ ਅਮਾਊਂਟ GIC ਵਿੱਚ ਜੇ ਮੈਨੂੰ ਸਿਰਫ 3% ਆ ਰਿਹਾ ਵੈ ਤੇ ਮੈਂ -3% ਆ ਉਹਦੇ ਵਿੱਚ 800 ਰੁਪਏ ਪੇ ਕਰਨਾ ਹੀ ਕਰਨਾ ਸੀਗਾ ਉਲਟਾ ਹੋਰ -3% ਹੋ ਗਿਆ ਉਹ ਟ੍ਰੈਪ ਹੋ ਗਿਆ ਸੋ ਬੀ ਕੇਅਰਫੁਲ ਆਈ ਵੁੱਡ ਸੇ ਇਟਸ ਅ ਪਲੈਨਿੰਗ ਮੈਕੈਨਿਜ਼ਮ ਬਟ ਬੀ ਕੇਅਰਫੁਲ ਜੀ ਮਦਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਾਮਲ ਹੋਣ ਲਈ ਬਹੁਤ ਸ਼ੁਕਰੀਆ ਤੇ ਆਉਂਦੇ ਦਿਨਾਂ 'ਚ ਵੀ ਤੁਹਾਡੀਆਂ ਅਸੀਂ ਸੇਵਾਵਾਂ ਲੈਂਦੇ ਰਹਾਂਗੇ ਸਰ ਥੈਂਕ ਯੂ ਵੈਰੀ ਮਚ ਬਹੁਤ ਸ਼ੁਕਰੀਆ ਸਰ ਥੈਂਕ ਯੂ ਜੀ